ਜਿਉ ਜਿਉ ਨਾਮ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਹਸਤ ਖਿਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਹੀਨੜੀ ਜਾਤ ਮੇਰੀ ਜਾਦਮ ਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ। ਜਿਉ ਜਿਉ ਨਾਮ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੈ ਬੈਠਾ ਜਾਏ। ਜਿਉ ਜਿਉ ਨਾਮ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਜਿਉ ਜਿਉ ਨਾਮ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਸ਼ਲੋਕ ਸ਼ੇਖ ਫਰੀਦ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਤ ਦਿਹਾੜੈ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀਂਦਾ ਮੂੰਹ ਦਿਖਾਲੇ ਆਏ। ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਨੀ ਜਿੰਦੂ ਕੂ ਸਮਝਾਏ। ਜਿੰਦ ਬੋਟੀ ਮਰਨ ਵਰ ਲੈ ਜਾਸੀ ਪਰਣਾਏ, ਆਪਣ ਹੱਥੀਂ ਜੋਲ ਕੈ ਗਲ ਲੱਗੈ ਧਾਏ। ਬਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣਿਆਏ, ਫਰੀਦਾ ਕਿੜੀ ਪਵੰਦਈ ਖੜਾ ਨਾ ਆਪ ਮੁਹਾਏ। ਫਰੀਦਾ ਦਰ ਦਰਵੇਸੀ ਗਾਖੜੀ ਚੱਲਾਂ ਦੁਨੀਆ ਪਤ, ਬੰਨ ਉਠਾਈ ਪੋਟਲੀ ਕਿੱਥੈ ਵਈਆਂ ਘਤ। ਕਿਛਨਾ ਬੁਝੈ ਕਿਛਨਾ ਸੁਝੈ ਦੁਨੀਆ ਗੁੱਜੀ ਪਾਏ, ਸਾਈਂ ਮੇਰੇ ਚੰਗਾ ਕੀਤਾ ਨਹੀਂ ਤਾਂ ਹੰਪੀ ਦੱਜਾਂ ਆਏ। ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਣ ਕਰੀ। ਜੇ ਜਾਣਾ ਲੜ ਛਿਜਣਾ ਪੀਡੀ ਪਾਈ ਗੰਢ, ਤੈਂ ਜੀਵੜ ਮੈਂ ਨਾਹੇ ਕੋ ਸਭ ਜਗ ਡਿਠਾ ਹੰਡ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ। ਫਰੀਦਾ ਜੋ ਤੈਂ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ, ਆਪ ਨੜੈ ਕਰ ਜਾਈਐ ਪੈਰ ਤਿਨਾ ਦੇ ਚੁੰਮ। ਫਰੀਦਾ ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ, ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿਛਾ ਰਹਿਆ ਦੂਰ। ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ, ਸਾਈਂ ਬਾਝੋਂ ਆਪਣੇ ਵੇਦਣ ਕਹੀਐ ਕਿਸ। ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ। ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ। ਸਤਿਗੁਰਾਂ ਦੀ ਬਖਸ਼ੀ ਹੋਈ ਸਾਜੀ ਸਵਾਰੀ ਹੋਈ ਸਾਰੀ ਸਾਧ ਸੰਗਤ ਜੀਓ,
ਅਤੇ ਗੁਰਬਾਣੀ ਵਿਚਾਰਦੇ ਸਤਵੰਤੇ ਪਤਵੰਤੇ ਗੁਰਮੁਖ ਜਨੋ। ਅੱਜ ਬਾਬਾ ਫਰੀਦ ਜੀ ਦੇ, ਸ਼ੇਖ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਸ਼ੁਰੂ ਹੋਈ ਹੈ। 10-12 ਦਿਨ 'ਚ ਕਿਰਪਾ ਕਰੂਗਾ ਮਹਾਰਾਜ, ਹੋ ਜਾਏਗੀ। ਦੁਨੀਆ ਦਾ ਜਿਹੜਾ ਜੀਵਨ ਹੈ, ਜ਼ਿੰਦਗੀ ਜਿਉਣ ਦਾ ਢੰਗ ਹੈ, ਉਹਦੇ ਵਿੱਚੋਂ ਮਿਸਾਲਾਂ ਬਾਬਾ ਫਰੀਦ ਜੀ ਨੇ ਦਿੱਤੀਆਂ ਸਾਰੀਆਂ। ਜਿੰਨੇ ਦ੍ਰਿਸ਼ਟਾਂਤ ਹੈ ਆਮ ਜ਼ਿੰਦਗੀ ਵਿੱਚੋਂ। ਦੇਖੋ ਹੁਣ ਵਿਆਹ ਦੇ ਸਾਹਾ ਬੰਨ੍ਹਿਆ ਜਾਂਦਾ, ਜਦੋਂ ਸਾਹਾ ਕਹਿੰਦੇ ਉਹ ਡੇਟ ਜਿੱਦਣ ਵਿਆਹ ਹੋਣਾ ਹੁੰਦਾ। ਜਿਤ ਦਿਹਾੜੈ ਧਨਵਰੀ ਸਾਹੇ ਲਏ ਲਿਖਾਏ। ਉਸ ਸੋਹਣੀ ਔਰਤ ਨੇ ਜਿੱਦਣ ਸਾਹਾ ਉਹਦਾ ਲਿਖਿਆ ਜਾਂਦਾ ਹੈ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ। ਫਿਰ ਉਹ ਬਰਾਤ ਲੈ ਕੇ ਆ ਜਾਂਦਾ ਉਹਦੇ ਘਰ ਵਾਲਾ, ਜਿਹਦੇ ਨਾਲ ਉਹਦਾ ਸਾਹਾ ਲਿਖਿਆ ਵਾ ਹੁੰਦਾ, ਬੰਨਿਆ ਹੋਇਆ ਹੁੰਦਾ। ਤਰੀਕ ਨੂੰ ਕਹਿੰਦੇ ਸਾਹਾ, ਵਿਆਹ ਦੀ ਤਰੀਕ ਨੂੰ। ਅਤੇ ਜਿਹਦੇ ਬਾਰੇ ਉਹ ਗੱਲਾਂ ਸੁਣਦੀ ਹੁੰਦੀ ਸੀ ਘਰਦਿਆਂ ਤੋਂ ਜਾਂ ਇੱਧਰ ਉੱਧਰ ਰਿਸ਼ਤੇਦਾਰਾਂ ਤੋਂ, ਵੀ ਤੇਰੇ ਘਰ ਵਾਲਾ ਐਸਾ ਹੈ ਐਸਾ ਹੈ, ਉਹ ਸਾਹਮਣੇ ਆ ਜਾਂਦਾ ਬਰਾਤ ਲੈ ਕੇ, ਸਿਹਰਾ ਬੰਨ੍ਹ ਕੇ। ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੋ ਕੜਕਾਏ। ਇਹ ਨਿਮਾਣੀ ਜਿਹੜੀ ਜਿੰਦ ਹੈ, ਹੱਡਾਂ ਨੂੰ ਕੜਕਾ ਕੜਕਾ ਕੇ ਕੱਢ ਲੈਂਦਾ ਇੱਥੋਂ ਮਲਕੁਲ ਮੌਤ। ਫਿਰ ਮਲਕ ਇੱਥੇ ਮਲਕੁਲ ਮੌਤ ਖਾਤਰ ਆਇਆ ਹੋਇਆ, ਮੌਤ ਦਾ ਫਰਿਸ਼ਤਾ, ਜਿਹਨੂੰ ਆਪਾਂ ਕਹਿੰਦੇ ਹਾਂ ਜਮਗਣ। ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਉਹ ਜਿਹੜਾ ਸਾਹਾ ਬੰਨਿਆ ਜਾਂਦਾ ਉਹ ਟਲਦਾ ਨਹੀਂ ਹੈ, ਉਦਣ ਉਹਨੇ ਆਉਣਾ ਹੀ ਆਉਣਾ। ਸਾਧ ਸੰਗਤ ਜੀ, ਉਹ ਸਾਡਾ ਜਿਹੜਾ ਮੌਤ ਦੇ ਨਾਲ ਨਿਸ਼ਚਿਤ ਹੈ ਸਮਾਂ, ਉਹਨੇ ਆਉਣਾ ਹੀ ਆਉਣਾ। ਜੋ ਮਰਜ਼ੀ ਵੀ ਕੋਈ ਕਰ ਲਵੇ ਵਾਹਿਗੁਰੂ, ਉਹ ਸਮਾਂ ਨਹੀਂ ਟਲਣਾ। ਚਾਹੇ ਦਰਿਆ ਗੰਗਾ ਦੇ ਵਿੱਚ ਵਧੀਆ ਮਕਾਨ ਮਹਿਲ ਪਾ ਕੇ ਵੀ ਰਹੇ, ਆਕਾਸ਼ਬਾਣੀ ਹੋਈ ਸੀ ਵੀ ਤੈਨੂੰ ਸੱਪ ਨਾਲ ਮਰੇਗਾ ਰਾਜੇ ਨੂੰ, ਪਰ ਫਿਰ ਵੀ ਉਹ ਫੁੱਲਾਂ ਦੇ ਵਿੱਚ ਬੈਠ ਕੇ ਚਲਾ ਗਿਆ ਛੋਟਾ ਜਿਹਾ ਨਾਗ ਬਣ ਕੇ। ਸੋ ਇਹ ਸਮਾਂ ਟਲਦਾ ਨਹੀਂ ਹੈ। ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪਰਨਾਏ। ਜਿਹੜੀ ਸਾਡੀ ਜਿੰਦ ਹੈ, ਸੋਲ ਹੈ, ਇਹ ਬਹੁਤੀ ਹੈ। ਮੌਤ ਜਿਹੜੀ ਹੈਗੀ ਉਹ ਮਰਨ, ਉਹ ਹੈਗਾ ਸਾਡਾ ਵਰ, ਲਾੜਾ। ਸਾਨੂੰ ਉਹ ਵਿਆਹ ਕੇ ਜਿਵੇਂ ਲਾੜਾ ਲੈ ਜਾਂਦਾ, ਇਸ ਤਰ੍ਹਾਂ ਸਾਨੂੰ ਕੱਢ ਕੇ ਅੰਦਰੋਂ ਜਾਨ ਨੂੰ, ਆਪਣੀ ਵਹੁਟੀ ਨੂੰ ਲੈ ਕੇ ਲਾੜਾ ਤੁਰਦਾ ਹੁੰਦਾ। ਆਪਣ ਹੱਥੀਂ ਜੋਲ ਕੇ ਕਹਿ ਗੱਲ ਲੱਗੇ ਤਾਏ। ਆਪਣੇ ਹੱਥਾਂ ਨਾਲ ਤੋੜ ਕੇ ਫਿਰ ਕਿਹਦੇ ਗੱਲ ਲੱਗ ਕੇ ਰੋਵੇ। ਜਾਣਾ ਤਾਂ ਪੈਣਾ ਹੀ ਹੈ ਇੱਕ ਦਿਨ। ਫਿਰ ਤੋ ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣਿਆਏ। ਜਿਹੜਾ ਸਾਧ ਸੰਗਤ ਜੀ ਉਹ ਕੋਈ ਨਰਕ ਨੂੰ ਪੁਲ ਲੱਗਿਆ ਹੋਇਆ ਕਲਪਤ ਹੈ, ਉਹਨੂੰ ਪੁਲਿਸ ਰਾਤ ਕਹਿੰਦੇ। ਐਂ ਸਮਝ ਲਓ ਵੀ ਜਹੰਨਮ ਕਹਿੰਦੇ ਸਾਡੇ ਇਸਲਾਮੀ ਭਰਾ ਜਿਹੜੇ ਹੈਗੇ, ਮੁਸਲਮਾਨ ਭਰਾ। ਉਹ ਜਿਹੜੀ ਜਹੰਨਮ ਹੈ, ਜੰਨਤ ਹੁੰਦਾ ਸਵਰਗ, ਜਹੰਨਮ ਕਹਿੰਦੇ ਉਹ ਨਰਕ ਨੂੰ। ਉਹਨੂੰ ਇੱਕ ਪੁਲ ਲੱਗਿਆ ਹੋਇਆ ਬਾਲ ਨਾਲੋਂ ਵੀ ਬਰੀਕ, ਉਹਦੇ ਉੱਪਰ ਦੀ ਲੰਘਣਾ ਪੈਂਦਾ। ਹੇਠਾਂ ਗਰਮ ਜਲ ਹੁੰਦਾ ਹੈ, ਜੇ ਗਿਰ ਗਿਆ ਹੇਠਾਂ ਤਾਂ ਵੀ ਖੈਰ ਨਹੀਂ, ਜੇ ਉੱਪਰ ਚੱਲਦਾ ਤਾਂ ਹੱਥ ਪੈਰ ਤਿੱਖਾ ਹੁੰਦਾ, ਉਹਦੇ ਪਰ ਨੂੰ ਜਦ ਲੰਘਣਾ ਹੁੰਦਾ ਉਹ ਛਿੱਲੇ ਜਾਂਦੇ। ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣਿਆ, ਤੈਂ ਕੰਨਾਂ ਨਾਲ ਨਹੀਂ ਸੁਣਿਆ ਕਦੇ ਵੀ ਉੱਥੋਂ ਦੀ ਲੰਘਣਾ ਪੈਣਾ। ਇਹ ਇਸਲਾਮ ਧਰਮ ਦਾ ਨਿਸ਼ਚਾ ਹੈ, ਉੱਥੋਂ ਇਹ ਗੱਲ ਲਈ ਹੋਈ ਹੈ। ਫਰੀਦਾ ਕਿਹੜੀ ਪਵੰਦਈ ਖੜਾ ਨਾ ਆਪ ਮੋਹਾਏ। ਬਾਬਾ ਫਰੀਦ ਜੀ ਫਰਮਾ ਰਹੇ ਹੈ ਬਈ ਆਵਾਜ਼ਾਂ ਆ ਰਹੀਆਂ ਹੈ, ਆਪਣੇ ਆਪ ਨੂੰ ਲਟਾ ਨਾ, ਤੂੰ ਰੱਬ ਦੇ ਨਾਂ ਨਾਲ ਜੁੜ, ਆਵਾਜ਼ਾਂ ਨੂੰ ਸੁਣ। ਕੋਈ ਅੱਜ ਜਾ ਰਿਹਾ, ਕੋਈ ਕੱਲ੍ਹ ਜਾ ਰਿਹਾ, ਕਿਸੇ ਦੇ ਘਰ 'ਚ ਅੱਜ ਸੋਗ ਪਏਗਾ, ਕਿਸੇ ਦੇ ਕੱਲ੍ਹ ਨੂੰ ਪਿਆ ਹੈ। ਤੂੰ ਵੀ ਜਾਣ ਇਸ ਗੱਲ ਨੂੰ, ਪਰ ਉਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ। ਫਰੀਦਾ ਦਰ ਦਰਵੇਸੀ ਗਾਖਰੀ ਚੱਲਾਂ ਦੁਨੀਆ ਪਰ। ਇਹ ਜਿਹੜੀ ਦਰ ਦੀ ਦਰਵੇਸੀ ਹੈ, ਯਾਨੀ ਸੰਤਪਣਾ ਹੈ, ਇਹ ਬੜੀ ਮੁਸ਼ਕਲ ਹੈ, ਔਖੀ ਹੈ। ਚੱਲ ਮੈਂ ਦੁਨੀਆ ਦੀ ਤਰ੍ਹਾਂ ਰਿਹਾ, ਫਿਰ ਮੇਰੇ ਅੰਦਰ ਦਰਵੇਸੀ ਕਿਵੇਂ ਆਊ ਭਾਈ? ਦੁਨੀਆ ਤੋਂ ਤਾਂ ਫਿਰ ਪਾਸੇ ਕਿਨਾਰਾ ਕਰਨਾ ਪੈਂਦਾ ਵਿੱਚ ਰਹਿੰਦੇ ਹੋਏ। ਬੰਨ ਉਠਾਈ ਪੋਟਲੀ ਕਿੱਥੇ ਵਈਆਂ ਕਰ। ਫਿਰ ਮੇਰੇ ਸਿਰ ਦੇ ਉੱਪਰ ਪਾਪਾਂ ਦੀ ਗਠੜੀ ਵੀ ਬੰਨ੍ਹੀ ਹੋਈ ਹੈ। ਉਹ ਭਾਰ ਨੂੰ ਲੈ ਕੇ ਮੈਂ ਕਿੱਥੇ ਜਾਊਂਗਾ, ਕਿਵੇਂ ਜਾਊਂਗਾ? ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆ ਗੁੱਝੀ ਭਾ। ਕੁਛ ਨਹੀਂ ਸਮਝ ਆਉਂਦੀ, ਸੁਝਦਾ ਕੁਛ ਨਹੀਂ। ਦੁਨੀਆ ਇੱਕ ਗੁੱਝੀ ਭਾ ਹੈ, ਅੱਗ ਹੈ। ਜਿਵੇਂ ਢੇਰ ਦੀ ਅੱਗ ਹੁੰਦੀ ਹੈ, ਬੁਝਦੀ ਨਹੀਂ, ਕਿੰਨਾ ਹੀ ਪਾਣੀ ਪਾਈ ਜਾਓ ਚਾਹੇ। ਇਸ ਤਰ੍ਹਾਂ ਇਹ ਦੁਨੀਆ ਵੀ ਗੁੱਝੀ ਅੱਗ ਹੈ।
ਸਾਈਂ ਮੇਰੇ ਚੰਗਾ ਕੀਤਾ, ਨਹੀਂ ਤਾਂ ਹਮ ਭੀ ਦੱਜਾਂ ਆਏ। ਮੇਰੇ ਸਾਈਂ ਨੇ ਮੈਨੂੰ ਚੰਗਾ ਕਰਿਆ, ਮੇਰਾ ਗੁਰੂ ਨਾਲ ਮਿਲਾਪ ਕਰਾਤਾ, ਨਹੀਂ ਤਾਂ ਮੈਂ ਵੀ ਜਲ ਜਾਣਾ ਸੀ ਇਸੇ ਅੱਗ ਦੇ ਵਿੱਚ। ਫਰੀਦਾ ਜੇ ਜਾਣਾ ਤਿਲ ਥੋੜੜੇ, ਸੰਭਲ ਬੁੱਕ ਭਰੀ। ਇਹ ਫੇਰ ਹੁਣ ਦ੍ਰਿਸ਼ਟਾਂਤ ਦੇ ਰਹੇ ਬਾਬਾ ਫਰੀਦ ਜੀ। ਲਾੜਾ ਲਾੜੀ ਬੁੱਕ ਭਰ ਭਰ ਕੇ ਤਿਲਾਂ ਦੇ ਇੱਕ ਖੇਲ ਹੁੰਦਾ, ਉਹ ਕਰਦੇ ਹੁੰਦੇ। ਇਸੇ ਤਰ੍ਹਾਂ ਛਟੀਆਂ ਖੇਲਦੇ ਹੁੰਦੇ ਆ, ਉਹ ਵੀ ਹੈ ਤੂਤ ਦੀਆਂ ਛਟੀਆਂ ਇੱਕ ਦੂਜੇ ਦੇ। ਉਹ ਆਪਣੀ ਉਹਦੇ ਇੰਟਰੋਡਕਸ਼ਨ ਖਾਤਰ ਇਹ ਕਰਿਆ ਜਾਂਦਾ ਅਸਲ 'ਚ ਸਾਰਾ ਕੁਛ, ਪੁਰਾਣਾ ਸਮੇਂ ਦੇ ਤਰੀਕੇ ਸੀਗੇ। ਤੋ ਬਾਬਾ ਫਰੀਦ ਜੀ ਕਹਿੰਦੇ ਵੀ ਜੇ ਮੈਨੂੰ ਪਤਾ ਹੁੰਦਾ ਵੀ ਤਿਲ ਥੋੜੇ ਹੀ ਆ ਤਾਂ ਮੈਂ ਬਹੁਤਾ ਬੜਾ ਬੁੱਕ ਨਾ ਭਰਦੀ, ਫਿਰ ਮੇਰੇ ਘਰ ਵਾਲਾ ਮੈਂ ਉਹਨੂੰ ਨਾਰਾਜ਼ ਨਾ ਕਰਦੀ, ਕਿਉਂਕਿ ਆਫਟਰ ਆਲ ਮੇਰਾ ਉਹ ਵੱਡੇ ਥਾਂ ਲੱਗਦਾ ਹੈ, ਮੇਰਾ ਘਰ ਵਾਲਾ ਹੈ। ਮੈਂ ਜੇ ਜ਼ਿਆਦਾ ਬੁੱਕ ਭਰੂੰਗੀ ਤਾਂ ਉਹਦੀ ਬੇਇੱਜ਼ਤੀ ਹੋਣੀ ਹੈ, ਫਿਰ ਉਹਦੇ ਜੋਗਾ ਰਹਿਣਾ ਕੁਛ ਨਹੀਂ, ਮੈਂ ਥੋੜਾ ਹੀ ਭਰ ਲੈਂਦੀ ਪਹਿਲਾਂ ਹੀ। ਤੋ ਇਹ ਦੁਨਿਆਵੀ ਮਿਸਾਲ ਹੈ। ਜੇ ਜਾਣਾ ਸੌ ਨੰਦੜਾ ਤਾਂ ਥੋੜਾ ਮਾਣ ਕਰੀ। ਜੇ ਪਤਾ ਹੁੰਦਾ ਮੈਨੂੰ ਵੀ ਜਿਹੜਾ ਮੇਰਾ ਘਰ ਵਾਲਾ ਸ਼ੌ ਹੈ ਉਹ ਨਿਆਣਾ ਹੈ, ਅਸਰ ਬੁੱਧੀ ਹੈ ਜੇ ਉਹਦੀ, ਛੋਟੀ ਉਮਰ ਵਾਲਾ ਹੈ, ਤਾਂ ਮੈਂ ਪਹਿਲਾਂ ਹੀ ਥੋੜਾ ਮਾਣ ਕਰ ਲੈਂਦੀ ਇਸ ਗੱਲ ਦਾ। ਮੈਂ ਨਾ ਸਕੀਆਂ ਸਹੇਲੀਆਂ ਨੂੰ ਦੱਸਦੀ ਵੀ ਮੇਰਾ ਘਰ ਵਾਲਾ ਇਸ ਤਰ੍ਹਾਂ ਦਾ ਐਡਾ ਵੱਡਾ ਇਹ ਹੈ ਉਹ ਹੈ, ਤੋ ਮੈਨੂੰ ਪਤਾ ਨਹੀਂ ਸੀ ਵੀ ਉਹ ਅਜੇ ਅਸਰ ਬੁੱਧੀ ਹੈ, ਨਿਆਣਾ ਹੈ। ਜੇ ਜਾਣਾ ਲੜ ਛਿਜਣਾ ਪੀਡੀ ਪਾਈ ਗੰਢ। ਜੇ ਮੈਨੂੰ ਪਤਾ ਹੁੰਦਾ ਵੀ ਮੇਰਾ ਲੜ ਛੁੱਟ ਜਾਣਾ ਹੈ ਤਾਂ ਮੈਂ ਗੰਢ ਨੂੰ ਹੋਰ ਕੱਸ ਕੇ ਪਕੜ ਲੈਂਦੀ, ਬੰਨ੍ਹ ਲੈਂਦੀ। ਤੈਂ ਜੇਵੜ ਮੈਂ ਨਾਹੇ ਕੋ ਸਭ ਜਗ ਡਿੱਠਾ ਹੰਢ। ਸਾਰਾ ਜਗਤ ਫਿਰ ਕੇ ਦੇਖ ਲਿਆ ਪਰ ਤੇਰੇ ਵਰਗਾ ਕੋਈ ਨਹੀਂ ਮਿਲਿਆ ਮੈਨੂੰ। ਹੇ ਵਾਹਿਗੁਰੂ ਜੀਓ, ਤੇਰੇ ਵਰਗਾ ਮੈਨੂੰ ਕੋਈ ਨਹੀਂ ਮਿਲਿਆ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਜੇ ਤੈਨੂੰ ਅਕਲ ਹੈ, ਤੂੰ ਅਕਲ ਵਾਲਾ ਹੈ, ਅਕਲ ਲਤੀਫ ਹੈ, ਤਾਂ ਤੂੰ ਕਾਲੇ ਲੇਖ ਕਾਹਤੇ ਲਿਖਦਾ ਹੈ? ਕਾਲੇ ਲੇਖ ਬੰਦਾ ਆਪ ਲਿਖਦਾ ਆਪਣੇ, ਪਰਮਾਤਮਾ ਨਹੀਂ ਲਿਖਾਉਂਦਾ, ਕਿਸੇ ਨੂੰ ਨਹੀਂ ਕਹਿੰਦਾ ਉਹ ਵੀ ਚੋਰੀ ਕਰੋ, ਕਾਲਾ ਲੇਖ ਹੈ ਚੋਰੀ ਕਰਨੀ। ਜੂਆ ਖੇਲਣਾ ਇਹ ਵੀ ਕਾਲਾ ਲੇਖ ਹੈ। ਕਿਸੇ ਦੀ ਤਰੱਕੀ ਦੇਖ ਕੇ ਅੰਦਰ ਸੜਨ ਪੈਦਾ ਹੋਣੀ ਇਹ ਵੀ ਕਾਲਾ ਲੇਖ ਹੈ। ਤੋ ਬਾਬਾ ਫਰੀਦ ਜੀ ਕਹਿੰਦੇ ਵੀ ਕਿਉਂ ਲਿਖਦਾ ਇਹ ਕਾਲੇ ਲੇਖ? ਇਹ ਤੇਰੇ ਨਾਲ ਜਾਣੇ ਮਨ ਵਿੱਚ ਲੇਖ ਹੁੰਦੇ, ਇਹ ਰੀਲ ਬਣ ਰਹੀ ਹੈ ਅੰਦਰ। ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰਦੇ। ਤੂੰ ਆਪਣੇ ਗਲਾਮੇ ਦੀਆਂ ਜਾਂ ਕਮੀਜ਼ ਦੀਆਂ ਜਿਹੜੇ ਬਟਨ ਹੈ ਉਹਨਾਂ ਨੂੰ ਐਂ ਖੋਲ੍ਹ ਕੇ ਉੱਪਰ ਨੂੰ ਅੰਦਰ ਦੇਖ। ਗਿਰੀਵਾਨ ਮੈਂ ਝਾਕਣਾ ਕੁਛ ਉਹਨੂੰ ਕਹਿੰਦੇ, ਗਿਰੀਵਾਨ ਗਲਾਮਾ ਹੁੰਦਾ ਅਸਲ 'ਚ। ਤੋ ਸਿਰ ਨੀਵਾਂ ਕਰਕੇ ਦੇਖ ਆਪਣੇ ਆਪ ਨੂੰ ਅੰਦਰ ਵੀ, ਤੂੰ ਕਿਆ ਚੀਜ਼ ਹੈ। ਉੱਪਰ ਨੂੰ ਨਾ ਦੇਖ, ਹੰਕਾਰ ਨਾ ਕਰ, ਆਪਣੇ ਔਗਣ ਦੇਖ। ਫਰੀਦਾ ਜੋ ਤੈ ਮਾਰਨ ਮੁੱਕੀਆਂ। ਆ ਸਾਧ ਸੰਗਤ ਜੀ ਉਹ ਦੇਖਿਓ, ਜਿਹੜਾ ਸਿਰ ਨੀਵਾਂ ਕਰ ਦੇਖ ਹੈ, ਦਾਸਰਾ ਦੇ ਸਾਹਮਣੇ ਪੋਥੀ ਹੈ, ਇਹਦੇ ਵਿੱਚ ਨੀਵਾਂ ਨੰਨੇ ਦੇ ਉੱਪਰ ਵੀ ਬਿੰਦੀ ਲੱਗੀ ਹੋਈ ਹੈ, ਵਾਵੇ ਦੇ ਕੰਨੇ ਦੇ ਉੱਪਰ ਵੀ ਹੈ। ਵਾਵੇ ਦੇ ਕੰਨੇ ਦੇ ਉੱਪਰ ਤਾਂ ਬਿੰਦੀ ਠੀਕ ਹੈ, ਨੰਨੇ ਦੇ ਉੱਪਰ ਬਿੰਦੀ ਬੇਟਿਕਾਣਾ ਹੈ, ਇਹਦਾ ਕੋਈ ਮਤਲਬ ਨਹੀਂ ਹੈ। ਇਹ ਪ੍ਰੈਸ ਦੀ ਛਪਾਈ ਵਿੱਚ ਹੋਇਆ ਹੋਇਆ ਕੰਮ ਹੈ। ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨਾ ਨਾ ਮਾਰੇ ਘੁੰਮ। ਬਾਬਾ ਫਰੀਦ ਜੀ ਫਰਮਾਉਂਦੇ ਹੈ ਵੀ ਬੰਦੇ ਜਿਹੜੇ ਤੈਨੂੰ ਮੁੱਕੀਆਂ ਮਾਰਦੇ ਆ, ਤੂੰ ਦੁਬਾਰਾ ਉਹਨਾਂ ਦੇ ਮੁੱਕੀਆਂ ਨਾ ਮਾਰ। ਕਿਉਂ? ਆਪ ਨੜਾ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਤੂੰ ਸਗੋਂ ਉਹਨਾਂ ਦੇ ਪੈਰਾਂ ਨੂੰ ਚੁੰਮ, ਨੀਵਾਂ ਹੋ ਜਾ, ਫੇਰ ਤੂੰ ਆਪਣੇ ਜਿਹੜਾ ਨਿੱਜ ਘਰ ਹੈ ਤੇਰਾ ਉਹਦੇ 'ਚ ਪਹੁੰਚ ਜਾਏਗਾ। ਨਿੱਜ ਘਰ ਹੈ ਜਿੱਥੇ ਪਰਮਾਤਮਾ ਦਾ ਵਾਸ ਹੈ, ਯਾਨੀ ਤੇਰਾ ਰੱਬ ਨਾਲ ਮੇਲ ਹੋ ਜਾਏਗਾ। ਨੀਵੇਂ ਹੋਣ ਦੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੀਵੇਂ ਹੋਣ ਦੀ ਬਾਤ ਪਾਈ ਗਈ ਹੈ। ਲੇਕਿਨ ਇਹ ਵੀ ਇੱਕ ਵਿਡੰਬਣਾ ਹੈ ਵੀ ਸਾਰੀ ਸਿੱਖ ਹਿਸਟਰੀ ਨੀਵਾਂ ਹੋਣ ਨੂੰ ਵਰਜਦੀ ਹੈ। ਜਿਹੜਾ ਨਜਾਇਜ਼ ਨੀਵਾਂ ਹੋਣਾ ਹੈ ਨਾ, ਜਿਹਨੂੰ ਇਨਫੀਰੀਅਰਟੀ ਕੰਪਲੈਕਸ ਕਹਿੰਦੇ, ਉਹ ਨਹੀਂ ਕਰਨਾ ਹੈ। ਨੀਵਾਂ ਹੋਣਾ ਹੈ ਲੇਕਿਨ ਆਪਣਾ ਜਿਹੜਾ ਸਨਮਾਨ ਹੈ, ਆਤਮ ਸਨਮਾਨ, ਡਿਗਨਿਟੀ, ਉਹ ਨਹੀਂ ਖੋਣੀ, ਉਹ ਰੱਖਣੀ ਹੈ। ਇਸੇ ਕਰਕੇ ਤਾਂ ਦਸ਼ਮੇਸ਼ ਜੀ ਦੇ ਨਾਲ ਪਹਾੜੀ ਰਾਜਿਆਂ ਦਾ ਝਗੜਾ ਹੋਇਆ। ਦਸ਼ਮੇਸ਼ ਜੀ ਕਹਿੰਦੇ ਸੀਗੇ ਵੀ ਤੁਸੀਂ ਅੰਮ੍ਰਿਤ ਛਕੋ, ਆ ਜਾਓ ਸਭ ਦੇ ਨਾਲ ਬੈਠ ਕੇ। ਉਹ ਹੰਕਾਰ ਦੇ ਵਿੱਚ ਸੀਗੇ ਵੀ ਅਸੀਂ ਆਦੀ ਰਾਜੇ, ਅਸੀਂ ਇਹਨਾਂ ਛੋਟੀਆਂ ਗਰੀਬਾਂ ਲੋਕਾਂ ਨਾਲ ਬੈਠ ਕੇ ਕਿਵੇਂ ਛਕ ਸਕਦੇ ਹਾਂ। ਆਪਣੇ ਆਪ ਨੂੰ ਬੜਾ ਕਰਦੇ ਸੀਗੇ ਉਹ। ਔਰ ਜਿੱਥੇ ਫਿਰ ਉਹਨਾਂ ਤੋਂ ਪਾਵਰਫੁਲ ਔਰੰਗਜ਼ੇਬ ਸੀਗਾ, ਉੱਥੇ ਬੇਟੀਆਂ ਦੇ ਰਿਸ਼ਤੇ ਵੀ ਦਿੰਦੇ ਸੀਗੇ ਉਹਨੂੰ, ਡਰਦੇ ਮਾਰੇ। ਉੱਥੇ ਆਤਮ ਸਨਮਾਨ ਖੋ ਬੈਠਦੇ ਸੀ ਆਪਣਾ।
ਅੱਜ तक कुछ चंगे भी होए, राणा प्रताप वर्गे राज भाग हो गया, लेकिन वो ईन नहीं मन्नी अकबर दी, पर राजा मान सिंह वर्गिया ने रिश्ते गंढ लए ਉਹਦੇ ਨਾਲ। तो गुरबाणी का ਜਿਹੜਾ कंसैप्ट है वो बहुत नवेकला है। नीवा होना है, सारी बाणी नीवा होने वास्ते उपदेश करती है, लेकिन इसी करके समझ नहीं आती बंदे नूं भी असल च गुरबाणी कहना क्या चाहती है। देखो गुरबाणी दे नाल नाल सिख इतिहास नूं आपां विसार नहीं सकते। गुरु साहब ने गुरबाणी नूं जी के दिखाया। हुण खंडे नूं हथ गया 6वें पातशाह दा, 9वें ने भी लड़ाई करी है, पहला छोटी अवस्था च करतारपुर साहब की जंग च हिस्सा लिया भाई तेगे के रूप च। फिर 10वें पातशाह की सारी उम्र लंघ गई लड़ाई झगड़ियां च। हालांकि बाणी च बार बार आउंदा भी नीवा करो अपने आप नूं, पर यह अपने आप नूं जिहड़ा नीवा करना है गुरबाणी की एक स्टेज है, उन्होंने बयान करदी है। जिथे वो स्टेज लंघ जाए भी हुण हटदा ही नहीं, उत्थे खंडिया जाना हथ जायज़ है। चुंकार अजहमा हीलते दर गुजस्त, हलाल अस्त बुरदन बा शमशीर दस्त। फिर तो साडा हथ शमशीर ते श्री साहब ते जाना चाहिए। फिर नहीं ये देखना भी हुण लोग क्या कहणगे। जिथे अपनी आबरू खतरे च है उत्थे तो फिर श्री साहब नूं हथ पैना चाहिए। हाँ जी दुनियावी तौर पर असीं अपनी अणख बनाई हुई है, माड़ी माड़ी छोटी छोटियां गल्लां पर वो नहीं करनी है। बर्दाश्त करना सीखो किसी की गल नूं, कंसिडरेट हो जाओ। फिर भी अगर नहीं हटदा बंदा 2 बार 3 बार देखे तो वो बाद की स्टेज है। तो जदों 5वें पातशाह की शांतमई शहीदी हो गई, 6वें ने खंडा तां चक्या और 5वें पातशाह कह के गए सी इस गल नूं, हुण हुक्म होआ मेहरबान दा पै कोई ना किसे रजान, ਤਾਂ श्री अकाल तख्त साहब की साजना हुई। 9वें पातशाह ने शांतिपूर्ण शहीदी दित्ती किसी होर दे विश्वास खातर, अपना कोई विश्वास नहीं सी उन्हां दा जनेऊ पाउण दा, बोदियां रखण दा, वो तो केसाधारी सीगे। लेकिन दूजे दे धर्म नूं क्यों बिगाड़ना औरंगजेब, इस करके कुर्बानी दित्ती है। ये कहना गलत है भी हिंदुआं खातर कुर्बानी दित्ती है गुरु साहब ने, नहीं गुरु तो साझा हुंदा सारी सृष्टि का। जे हिंदू राजा भी जुल्म करता होंदा तो गुरु साहब उहदे बरखिलाफ भी इस तरह ही जाते, और इस तो भी अगे जे कोई सिख राजा जुल्म करता होवे तो गुरु साहब उहदे अगेंस्ट भी उस तरह जाते, क्योंकि वो तो खलकत के गुरु ने, सारी सारी सृष्टि के गुरु ने। और हिंद की चादर कहना भी अन्याय है। सगल सृष्ट पै ढापी चादर, सृष्ट शब्द है उत्थे, ना कि हिंदू है। हिंद की चादर नहीं कहा गया, सारी सृष्टि की चादर है वो। ये गल ठीक है, इतफाकन तौर पर उदों मुसलमान राजा सीगा, उहदे अगेंस्ट गई गल, पर उन्हां दा किसी मजहब करके, किसी यकीदे करके उन्हां दा कोई बैर नहीं सी किसी दे नाल, किसी धर्म नाल कोई बैर नहीं सी। मुसलमान भरा तो गुरु साहब दे बहुत सहाई होके भी नाल लड़े भी हैं उन्हां दे वल्लों होके, और उन्हां दे प्रति बहुत कुर्बानियां भी करियां। पीर बुद्धू शाह ने क्या किया सीगा, भाई गनी खां, भाई नबी खां, किवें भुल जूगा इतिहास, सिख किवें भुल जूगे उन्होंने। और जिहड़ा शमशेर खां सीगा नवाब मलेरकोटले दा, उहनूं भी उहदी जिहड़ा हाँ दा नारा सी किवें भुल गया, भुल ही नहीं सकदा खालसा, हुण भी उहदा ऋणी है। उकणे बैठे हो मलेरकोटले च, बाकी सारे छड्ड के लंघ गए। मारकाट भी हुई 47 च बहुत ज़्यादा। सो सिख धर्म नूं समझना बहुत ज़्यादा मुश्किल है। जिन्हें ऐ समझ लो बई सांख का मत पढ़ लिया, सांख की समझ आ गई, जिन्हों 6 दर्शनां चों एक सांख मत है कपिल का लिखिया होया, वो समझ सकता इस गल, वो भी बड़ा मुश्किल समझना। या जिवें बजट विच बहुत सारियां गल्लां ऐसियां हुंदियां आम बंदियां दी समझ च नहीं आउंदियां, जिहड़े अर्थशास्त्री हैं उही जानदे। तो ये तो सिੱਖੀ है जिहड़ी रूहानीयत दे नाल रलगड्ड है, मतलब रूहानीयत नाल भरी हुई है। ਇਹਦੀ तो समझ त्रैगुणा च आ ही नहीं सकती किसी भी तरह। त्रैगुणा च बुद्धि उत्थे उपर जा नहीं सकती, इन्ना उच्चा जिहड़ा चौथे पद की बात है। इस करके न्यारा सिख धर्म माहौल भी करते दूजे भी, थानू सीरिया च किहड़ी लोड़ पई है, उत्थे जाके लंगर लाउने, दवाइयां बनते फ्री, 2 मुसलमान खाना जंगी कर रहे लड़ रहे हैं आपस में, तुसीं की जाने उत्थे, इस तरह दी गल्लां करदे। वो भुल जाते हैं भी उड़ीसा की सुनामी भी गए दवाइयां लेके लंगर लैके।
ਨੇਪਾਲ ਦੇ ਵਿੱਚ ਅਰਥਕੁਏਕ ਆਇਆ, ਭੁਚਾਲ ਆਇਆ, ਉੱਥੇ ਵੀ ਪਹੁੰਚੇ। ਰੋਹਿੰਗਿਆ ਮੁਸਲਮਾਨ ਬਰਮਾ ਚੋਂ ਕੱਢੇ ਜਾ ਰਹੇ ਸੀ, ਉੱਥੇ ਵੀ ਪਹੁੰਚੇ। ਔਰ ਹੁਣ ਰਸ਼ੀਆ ਨੇ ਹਮਲਾ ਕਰਿਆ ਹੋਇਆ, ਉੱਥੇ ਵੀ ਪਹੁੰਚੇ ਹੋਏ। ਦੇਖੋ ਤਾਂ ਸਹੀ, ਇਹ ਸਿੱਖ ਧਰਮ ਬਹੁਤ ਨਿਆਰਾ, ਇਹਨੂੰ ਸਮਝਣਾ ਬਹੁਤ ਮੁਸ਼ਕਲ ਹੈ। ਤੋ ਚਲੋ, ਆਪ ਨੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਪਹਿਲਾਂ ਇਹਦਾ ਅਰਥ ਦੱਸ ਰਹੇ ਨੂੰ ਸੁਣਨ, ਛੋਟੇ ਹੁੰਦਿਆਂ ਨੂੰ ਮਿਲਿਆ ਸੀਗਾ, ਕਿਸੇ ਨੇ ਗਿਆਨੀ ਜੀ ਤੋਂ ਪੜ੍ਹ ਲੈਂਦਾ ਸੀ ਥੋੜ੍ਹੀ ਬਹੁਤੀ, ਉਹਨੇ ਕਰਿਆ ਸੀਗਾ ਵੀ ਜੇ ਉਹ ਆਪਣੇ ਘਰ ਆ ਜਾਵੇ ਤਾਂ ਉਹਨਾਂ ਦੇ ਪੈਰ ਚੁੰਮੋ। ਇਹ ਗੱਲ ਨਹੀਂ ਹੈ। ਬੰਦਾ ਪੈਰ ਚੁੰਮ ਕੇ ਆਪਣੇ ਅਸਲੀ ਨਿੱਜ ਘਰ ਵਿੱਚ ਪਹੁੰਚ ਜਾਂਦਾ, ਜਿੱਥੇ ਪ੍ਰਮਾਤਮਾ ਦਾ ਵਾਸ ਹੈ। ਇਹ ਅਰਥ ਹੈ ਇਹਦਾ। ਫਰੀਦਾ ਜਾਓ ਤੋ ਖੱਟਣ ਵੇਲ, ਤਾਂ ਤੂੰ ਰੱਤਾ ਦੁਨੀ ਸਿਓ। ਜਦ ਵਕਤ ਸੀਗਾ ਨਾਮ ਜਪਣ ਦਾ, ਜਵਾਨੀ ਦੇ ਵਕਤ, ਉਦੋਂ ਤਾਂ ਤੂੰ ਭਾਈ ਦੁਨੀਆ ਦਾ ਰੰਗਾਂ 'ਚ ਰੰਗਿਆ ਗਿਆ, ਲੱਗਿਆ ਰਿਹਾ ਦੁਨੀਆ ਦੇ ਰੰਗਾਂ 'ਚ। ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ। ਮੌਤ ਦੀ ਨਿਊ ਹੈ ਜਿਹੜੀ, ਉਹ ਹੋਰ ਡੂੰਘੀ ਹੋ ਗਈ, ਪੱਕੀ ਹੋ ਗਈ। ਜਦ ਇੱਥੋਂ ਭਰ ਜਾਂਦਾ ਹੈ ਤਾਂ ਫਿਰ ਤੁਰ ਪੈਂਦਾ, ਲੈ ਕੇ ਚੱਲ ਪੈਂਦੇ ਫਿਰ ਜਮਗਣ ਉਹਨੂੰ ਵੀ, ਚੱਲ ਆ ਜਾ ਬਈ ਪ੍ਰਾਹੁਣਿਆ, ਹੁਣ ਤੇਰੀ ਧਰਮਰਾਜ ਕੋਲ ਪੇਸ਼ੀ ਹੈ। ਦੇਖ ਫਰੀਦਾ ਜੋਥੀਆ ਦਾੜੀ ਹੋਈ ਭੂਰ। ਦਾੜੀ ਹੁਣ ਭੂਰੀ ਹੋ ਗਈ, ਚਿੱਟੀ ਹੋ ਗਈ। ਅੱਗੋਂ ਨੇੜਾ ਆਇਆ, ਪਿੱਛਾ ਰਿਹਾ ਦੂਰ। ਅੱਗੇ ਤੋਂ ਨੇੜੇ ਆ ਗਿਆ। ਸਾਧ ਸੰਗਤ ਜੀ, ਇਹ ਸ਼ਬਦ ਅਗਾਉ ਵੀ ਹੈ ਬਾਣੀ 'ਚ ਪ੍ਰਸੰਗ ਅਨੁਸਾਰ। ਅਗਾਉ ਗਹਿਆ ਨਹੀਂ ਜਾਏ, ਨਾ ਫਕੜਿਆ ਜਾਣ ਵਾਲਾ, ਫਕੜਿਆ ਨਹੀਂ ਜਾਂਦਾ ਅਗਾਉ ਇੱਥੇ, ਪਰ ਇਹਦਾ ਉਚਾਰਨ ਹੈ ਅੱਗੋਂ। ਅੱਗੋਂ ਨੇੜਾ ਆਇਆ, ਅੱਗੇ ਤੋਂ ਨੇੜੇ ਆ ਗਿਆ, ਪਿੱਛਾ ਰਿਹਾ ਦੂਰ। ਜਵਾਨੀ ਪਿੱਛੇ ਰਹਿ ਗਈ ਬਹੁਤ, ਬਚਪਨਾ ਪਿੱਛੇ ਰਹਿ ਗਿਆ। ਦੇਖ ਫਰੀਦਾ ਜੇਠੀਆ ਸ਼ੱਕਰ ਹੋਈ ਵਿਸ। ਸ਼ੱਕਰ ਵਿਸ ਕਿਵੇਂ ਹੋ ਗਈ? ਜਿਹੜੇ ਪਦਾਰਥ ਬੜੇ ਵਧੀਆ ਪ੍ਰੇਮ ਦੇ ਨਾਲ ਖਾਂਦਾ ਸੀ, ਚਟਕਾਰੇ ਲਾ ਲਾ ਕੇ ਜਵਾਨੀ ਦੇ ਟਾਈਮ, ਹੁਣ ਉਹੀ ਵਿਸ ਬਣ ਗਏ। ਹੁਣ ਬਾਬਾ ਕਹਿੰਦਾ ਮੈਨੂੰ ਮਾਂ ਦੀ ਦਾਲ ਨਾ ਬਣਾਇਓ, ਮਾਫਕ ਨਹੀਂ ਹੈ। ਮੈਨੂੰ ਸੁੱਕੀ ਸਬਜ਼ੀ ਨਾ ਦਿਓ, ਮੇਰੇ ਦੰਦ ਨਹੀਂ ਹੈ ਮੂੰਹ ਵਿੱਚ, ਚੱਬ ਨਹੀਂ ਹੁੰਦੀ ਹੈ। ਜਿਹੜੀ ਸ਼ੱਕਰ ਮਿੱਠੀਆਂ ਚੀਜ਼ਾਂ ਸੀ ਉਹ ਵੀ ਵਿਸ ਹੁਣ ਬਣ ਗਈਆਂ, ਕਿਉਂਕਿ ਹੁਣ ਉਹਦਾ ਉੱਧਰ ਲਗਾਓ ਹੀ ਨਹੀਂ ਰਿਹਾ। ਸਾਈਂ ਵਾਜੋਂ ਆਪਣੇ ਵੇਦਨ ਕਹੀਏ ਕਿਸ। ਕਿਹਦੇ ਕੋਲ ਕਹੀਏ ਆਪਣੀ ਵੇਦਨਾ, ਆਪਣਾ ਦੁੱਖ, ਆਪਣਾ ਦਰਦ, ਆਪਣੇ ਸਾਈਂ ਤੋਂ ਬਿਨਾਂ ਕਿਹਦੇ ਕੋਲ ਕਹੀਏ। ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ। ਅੱਖਾਂ ਦੇਖ ਦੇਖ ਕੇ ਪਤਲੀਆਂ ਪੈ ਗਈਆਂ, ਕੰਨ ਸੁਣ ਸੁਣ ਕੇ ਬੋਲੇ ਹੋ ਗਏ, ਖਾਲੀ ਹੋ ਗਏ। ਸਾਖ ਪਕੰਦੀ ਆਈਆ, ਹੋਰ ਕਰੇਂਦੀ ਬਨ। ਇਹ ਸ਼ਬਦ ਸਾਧ ਸੰਗਤ ਜੀ ਆਈਆਂ ਨਹੀਂ ਹੈ। ਜਦੋਂ ਸਾਖ ਪੱਕਦੀ ਹੈ ਤਾਂ ਇਹ ਆਈਆ ਸ਼ਬਦ ਇੱਕ ਲੈਂਗੁਏਜ ਦੇ ਵਿੱਚ ਇਸ ਤਰ੍ਹਾਂ ਵਰਤਿਆ ਜਾਂਦਾ ਹੈ। ਆਈਆ, ਜਾਈਆ, ਇਹ ਇੱਕ ਸਿੰਗੂਲਰ ਵਿੱਚ ਆਉਂਦਾ ਇਸ ਤਰ੍ਹਾਂ, ਇਹ ਬਹੁਵਚਨ ਨਹੀਂ ਹੈ। ਸਾਖ ਪਕੰਦੀ ਆਈਆ, ਹੋਰ ਕਰੇਂਦੀ ਬਨ। ਦੇਖੋ ਇਹ ਵਿਆਕਰਨ ਨੇ ਕਿਵੇਂ ਘੁੰਡੀ ਖੋਲੀ ਹੈ। ਸਾਖ ਕੱਖੇ ਨੂੰ ਔਂਕੜ ਤਾਂ ਹੈ ਨਹੀਂ, ਲੱਗਦਾ ਤਾਂ ਐਂ ਵੀ ਬਹੁਤੀਆਂ ਸ਼ਾਖਾਂ ਹੈ, ਨਹੀਂ। ਸਾਖ ਜਦੋਂ ਪੱਕਣ 'ਤੇ ਆ ਜਾਂਦੀ ਹੈ ਤਾਂ ਉਹਦਾ ਰੰਗ ਹੋਰ ਹੋ ਜਾਂਦਾ ਹੈ, ਜਿਵੇਂ ਫਰੂਟ ਬਦਲ ਜਾਂਦਾ, ਰੰਗ ਪੀਲਾ ਹੋ ਜਾਂਦਾ ਉਹਦਾ ਐਸਟਰਜ ਕਰਕੇ। ਅਤੇ ਉਹ ਜਿਹੜੀ ਫਿਰ ਸਾਖ ਹੈ ਉਹਦਾ ਰੰਗ ਬਦਲ ਜਾਂਦਾ ਜਦੋਂ ਪੱਕਦੀ ਹੈ। ਜਿਵੇਂ ਬੁਢਾਪਾ ਆਉਂਦਾ, ਬੁਢਾਪੇ ਦੇ ਵਿੱਚ ਵੀ ਦਾੜੀ ਵੀ ਚਿੱਟੀ, ਸ਼ੱਕਰ ਵੀ ਵਿਸ ਨਜ਼ਰ ਆਉਂਦੀ ਹੈ। ਘਰ ਦੇ ਵੀ ਪੁੱਛਦੇ ਨਹੀਂ, ਇੱਕ ਕੋਨੇ 'ਚ ਬੈਠਾ ਉੱਲੂ ਦੀ ਤਰ੍ਹਾਂ ਦੇਖੀ ਜਾਂਦਾ ਬਾਬਾ। ਉਹੀ ਟੰਗਾਂ, ਉਹੀ ਲੱਤਾਂ, ਜਿਹਦੇ ਨਾਲ ਪਹਾੜ ਦਰਿਆ ਗਾਹ ਕੇ ਰੱਖ ਦਿੱਤੇ ਉਹਨੇ। ਹੁਣ ਅੱਜ ਫਰੀਦਾ ਕੁਜਰਾ ਸਹਿ ਕੋਹਾਂ ਥੀਓਂ, ਹੁਣ ਹੇਠਾਂ ਪਿਆ ਕਮੰਡਲ ਨਹੀਂ ਚੱਕ ਹੁੰਦਾ ਹੈ, ਉਹ 100 ਕੋਹ ਪਰ ਲੱਗਦਾ ਪਿਆ ਬਾਬੇ ਨੂੰ। ਤੋ ਸਾਧ ਸੰਗਤ ਜੀਓ, ਇਹ ਤਾਂ ਸੀ ਅੱਜ ਦੀ ਵਿਚਾਰ ਬਾਬਾ ਫਰੀਦ ਜੀ ਦੀ। ਦੁਨਿਆਵੀ ਦ੍ਰਿਸ਼ਟਾਂਤ ਹੈ, ਬੜੀ ਸੌਖੀ ਬਾਣੀ ਹੈ, ਸਮਝ ਵੀ ਆਉਂਦੀ ਹੈ, ਔਰ ਆਨੰਦ ਵੀ ਪੈਦਾ ਹੁੰਦਾ ਇਹਦੇ ਨਾਲ। ਵੈਸੇ ਤਾਂ ਸਾਰੀ ਬਾਣੀ ਆਨੰਦਮਈ ਹੈ, ਪਰ ਇਹ ਸੌਖੀ ਹੈ, ਪੰਜਾਬੀ ਦੇ ਵਿੱਚ ਜ਼ਿਆਦਾ ਠੇਠ ਪੰਜਾਬੀ ਹੈ, ਇਸ ਕਰਕੇ ਸਮਝ ਆਉਂਦੀ ਹੈ ਚੰਗੀ ਤਰ੍ਹਾਂ। ਤੋ ਜੇ ਬਾਬਾ ਫਰੀਦ ਜੀ ਔਰ ਸ਼ਲੋਕ ਸ਼ੇਖ ਫਰੀਦ ਆਪਣਾ ਕਬੀਰ ਜੀ ਦੇ ਸ਼ਲੋਕ ਪੜ੍ਹ ਲਏ ਜਾਵੇਂ, ਵਿਚਾਰ ਲਏ ਜਾਵੇਂ, ਤਾਂ ਬਹੁਤ ਸਾਰਾ ਗੁਰਬਾਣੀ ਦੀ ਸਮਝ ਆ ਜਾਂਦੀ ਹੈ। ਬਜਾਏ ਅਸੀਂ ਸੰਸਕ੍ਰਿਤ ਦੀ ਬਾਣੀ ਪੜ੍ਹੀਏ, ਸੰਸਕ੍ਰਿਤੀ ਵਗੈਰਾ ਜਾਂ
ਫਾਰਸੀ ਦੀ ਪੜ੍ਹੀਏ ਸ਼ਬਦ, ਇਹ ਜਮਾਂ ਠੇਠ ਪੰਜਾਬੀ। ਇਹ ਗੱਲ ਤਾਂ ਉਹੀ ਹੈ, ਉਹੀ ਗੱਲ ਸੰਸਕ੍ਰਿਤ ਦੇ ਜਾਂ ਫਾਰਸੀ ਦੇ ਸ਼ਬਦਾਂ 'ਚ ਕਹੀ ਹੋਈ ਹੈ, ਉਹੀ ਠੇਠ ਪੰਜਾਬੀ 'ਚ। ਜਿਹੜਾ ਅੰਦਰ ਥੋਟ ਹੈ ਉਹ ਇੱਕੋ ਹੀ ਹੈ, ਥੋਟ ਨਹੀਂ ਅਲੱਗ ਅਲੱਗ ਹੈ। ਸ਼ਬਦਾਂ ਦਾ ਅੰਤਰ ਜ਼ਰੂਰ ਹੁੰਦਾ, ਸ਼ਬਦ ਤਾਂ ਹਰ ਇੱਕ ਦੇ ਆਪਣੇ ਆਪਣੇ ਹੁੰਦੇ ਲੈਂਗੁਏਜ ਦੇ। ਤੋ ਸਾਧ ਸੰਗਤ ਜੀ ਥੋੜ੍ਹੀ ਜਿਹੀ ਵਿਚਾਰ ਹੋਰ ਹੈਗਾ ਸਮਾਂ ਜੇ ਆਪਣੇ ਕੋਲ। ਇੱਕ ਦਿਨ ਗਰੁੱਪ ਦੇ ਵਿੱਚ ਵਿਚਾਰ ਹੋਈ ਸੀ 25 ਪ੍ਰਕਿਰਤੀਆਂ ਦੀ। ਪੰਜ ਸ਼ਬਦ ਗੁਰ ਸ਼ਬਦ ਲਿਵ ਪੰਜੂ ਪੰਜੇ ਪੰਜੀ ਲਾਣੇ, ਭਾਈ ਗੁਰਦਾਸ ਜੀ ਦਾ ਸ਼ਬਦ ਹੈ। 25 ਦਾ ਇੱਕ ਖਾਸ ਮਹੱਤਵ ਹੈ ਆਪਣੇ ਮਨੁੱਖੀ ਸਰੀਰ ਦੇ ਨਾਲ। ਕਾਰਨ ਇਹ ਹੈ ਵੀ ਸਾਂਖ ਮੱਤ ਜਿਹੜਾ ਇੱਕ 6 ਸ਼ਾਸਤਰ ਹੋਏ ਆ ਉਹਨਾਂ 'ਚੋਂ ਇੱਕ ਸਾਂਖ ਹੈ, ਕਪਿਲ ਦੇਵ ਦੁਆਰਾ ਲਿਖਿਆ ਹੋਇਆ, ਕਪਿਲ ਮੁਨੀ ਦੁਆਰਾ। ਉਹ ਇਹ ਗੱਲ ਕਹਿੰਦਾ ਵੀ ਸਾਡਾ ਜਿਹੜਾ ਸਰੀਰ ਹੈ ਇਹ 25 ਪ੍ਰਕਿਰਤੀਆਂ ਦਾ ਪ੍ਰੋਪੈਂਸਿਟੀਜ਼ ਜਾਂ ਪ੍ਰੋਕਲਾਈਵਿਟੀਜ਼ ਕਹਿੰਦੇ ਅੰਗਰੇਜ਼ੀ 'ਚ, ਝੁਕਾਅ ਜਿੱਕਣ ਹੁੰਦੇ ਆ, ਸੁਭਾਅ ਹੁੰਦੇ, ਉਹ 25 ਕਿਸਮ ਦੇ ਸੁਭਾਅ ਜਾਂ ਪ੍ਰਕਿਰਤੀਆਂ ਦਾ ਬਣਿਆ ਹੋਇਆ ਹੈ। ਕਿਹੜੀਆਂ ਕਿਹੜੀਆਂ? ਧਿਆਨ ਦਿਓ। ਪਹਿਲਾਂ ਇਹ ਸਮਝੋ ਵੀ ਸਾਂਖ ਮੱਤ ਵਾਲਾ ਕਹਿ ਰਿਹਾ ਹੈ ਵੀ ਸਭ ਤੋਂ ਪਹਿਲਾਂ ਪ੍ਰਕਿਰਤੀ ਹੈਗੀ ਸੀਗੀ ਸੰਸਾਰ ਦੇ ਵਿੱਚ, ਪੁਰਸ਼ ਬਾਅਦ ਵਿੱਚ ਹੋਇਆ, ਪੁਰਸ਼ ਆਤਮਾ ਨੂੰ ਕਹਿੰਦਾ ਉਹ। ਪੁਰਸ਼ ਦਾ ਔਰ ਪ੍ਰਕਿਰਤੀ ਦਾ ਜਦੋਂ ਮੇਲ ਹੋਇਆ, ਇਸ ਤਰ੍ਹਾਂ ਮੇਲ ਨਹੀਂ ਹੈ ਜਿਵੇਂ ਹਸਬੈਂਡ ਵਾਈਫ ਦਾ ਹੁੰਦਾ ਨਾ। ਉਹ ਕਹਿੰਦਾ ਵੀ ਜਦੋਂ ਆਤਮਾ ਕੋਲ ਆ ਜਾਂਦੀ ਹੈ ਪ੍ਰਕਿਰਤੀ ਦੇ, ਤਾਂ ਪ੍ਰਕਿਰਤੀ ਦੇ ਵਿੱਚ ਇੱਕਦਮ ਕਿਰਿਆਸ਼ੀਲ ਉਹ ਹੋ ਜਾਂਦੀ ਹੈ, ਉਹਦੇ 'ਚ ਗਤੀ ਆ ਜਾਂਦੀ ਹੈ, ਫਿਰ ਉਹ ਨਵੀਂ ਰਚਨਾ ਕਰਦੀ ਹੈ। ਔਰ ਉਹਦਾ ਇਹ ਵੀ ਕਹਿਣਾ ਹੈ ਵੀ ਜਿਹੜੀ ਪ੍ਰਕਿਰਤੀ ਹੈ ਉਹ ਆ ਨਹੀਂ ਹੈ ਜਿਹੜੀ ਆਪਾਂ ਦੇਖ ਰਹੇ ਹਾਂ ਕੁਦਰਤ, ਅੱਗ ਹਵਾ ਪਾਣੀ ਚੰਦ ਸੂਰਜ ਪਹਾੜ ਵਗੈਰਾ, ਨਹੀਂ ਨਹੀਂ, ਉਹ ਪਹਿਲਾਂ ਪ੍ਰਕਿਰਤੀ ਹੋਰ ਸੀਗੀ, ਇਹ ਉਹਦੇ ਵਿੱਚੋਂ ਪੈਦਾ ਹੋਈ ਹੈ, ਫਿਰ ਇਹ ਉਹਦੀ ਕ੍ਰੀਏਸ਼ਨ ਹੈ ਪ੍ਰਕਿਰਤੀ ਦੀ। ਪ੍ਰਕਿਰਤੀ ਨੂੰ ਉਹ ਅਨਾਦਿ ਮੰਨਦਾ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤਾਂ ਮੰਨਦੇ ਹਾਂ ਪਰਮਾਤਮਾ ਨੂੰ ਆਦਿ ਅਨਾਦਿ, ਲੇਕਿਨ ਸਾਂਖ ਮੱਤ ਵਾਲਾ ਕਹਿੰਦਾ ਹੈ ਵੀ ਪ੍ਰਕਿਰਤੀ ਪਹਿਲਾਂ ਹੈ। ਉਹ ਪੁਰਸ਼ ਨੂੰ ਜਾਂ ਆਤਮਾ ਨੂੰ ਬਹੁਤਾ ਮਹੱਤਵ ਨਹੀਂ ਦਿੰਦਾ ਹੈ, ਕਿਉਂਕਿ ਉਹ ਸਮਝਦਾ ਇਹ ਹੈ ਵੀ ਜਨਨੀ ਜਿਹੜੀ ਹੈ ਉਹ ਪ੍ਰਕਿਰਤੀ ਹੈ, ਭਾਵੇਂ ਮੇਲ ਪੁਰਸ਼ ਦਾ ਜਾਂ ਆਤਮਾ ਦਾ ਹੁੰਦਾ ਹੈ। ਤੋ ਚਲੋ ਜਦੋਂ ਪ੍ਰਕਿਰਤੀ ਔਰ ਪੁਰਸ਼ ਦਾ ਮੇਲ ਹੁੰਦਾ ਹੈ ਤਾਂ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਮਹੱਤਵ ਪੈਦਾ ਹੁੰਦਾ ਹੈ। ਮਹੱਤ ਹੰਕਾਰ ਦੀ, ਉਹ ਸ਼ੁੱਧ ਹੰਕਾਰ ਨੂੰ ਕਹਿੰਦੇ ਬੁੱਧੀ ਨੂੰ। ਬੁੱਧੀ ਸ਼ੁੱਧ ਹੰਕਾਰ ਇਹ ਮਹੱਤ ਵਿੱਚ ਆਉਂਦੇ ਆ। ਇਸ ਮਹੱਤ ਦੇ ਵਿੱਚੋਂ ਅਹੰਕਾਰ ਪੈਦਾ ਹੁੰਦਾ ਹੈ। ਸੁਣਿਓ, ਇਹ ਫਲਸਫਾ ਹੈ ਸਾਂਖ ਮੱਤ ਦਾ। ਗੁਰਬਾਣੀ ਨਾਲ ਆਪਾਂ ਨੂੰ ਮਿਲਾ ਕੇ ਦੇਖਣਾ ਪੈਣਾ ਵੀ ਕਿੱਥੇ ਗੁਰਬਾਣੀ ਆਪਾਂ ਨੂੰ ਸਹੀ ਕਰਦੀ ਹੈ, ਕਿਉਂਕਿ ਗੁਰਬਾਣੀ ਨੇ ਤਾਂ ਸਾਰੇ ਜਿੰਨੇ ਵੀ ਹੋਰ ਮਤ ਮਤਾਂਤਰ ਨੇ ਸਾਰਿਆਂ ਨੂੰ ਸਹੀ ਕਰਕੇ ਆਪਣੀ ਰਾਏ ਦਿੱਤੀ ਹੋਈ ਹੈ। ਅਹੰਕਾਰ ਦੇ ਵਿੱਚੋਂ 5 ਤਨਮਾਤਰਾ ਪੈਦਾ ਹੁੰਦੀਆਂ। ਤਨਮਾਤਰਾ ਜਿਵੇਂ ਅੱਖਾਂ ਹੈ, ਗਿਆਨ ਇੰਦਰਾ, ਅੱਖਾਂ ਦੇ ਨਾਲ ਜਿਹੜਾ ਦੇਖਣਾ ਹੈ ਉਹ ਤਨਮਾਤਰਾ ਹੈ। ਕੰਨ ਹੈ, ਇੱਕ ਇੰਦਰੇ ਹੈ, ਕੰਨਾਂ ਦੇ ਨਾਲ ਸੁਣਨਾ ਜਿਹੜਾ ਉਹ ਤਨਮਾਤਰਾ ਹੈ। ਚਮੜੀ ਹੈ, ਮਹਿਸੂਸ ਜਿਹੜਾ ਇਹ ਕਰਦੀ ਹੈ ਉਹ ਤਨਮਾਤਰਾ ਹੈ। ਜੀਵ ਹੈ, ਜਿਹੜੇ ਰਸ ਲੈਂਦੀ ਹੈ ਇਹ, ਉਹ ਤਨਮਾਤਰਾ ਹੈ। ਨੱਕ ਹੈ, ਗਿਆਨ ਇੰਦਰਾ ਹੈ, ਨੱਕ ਦੇ ਨਾਲ ਜਿਹੜੀ ਸੁਗੰਧੀ ਲੈਂਦਾ ਹੈ, ਸੁੰਘਣਾ ਜਿਹੜਾ, ਉਹਨੂੰ ਤਨਮਾਤਰਾ ਕਹਿੰਦੇ। ਸੋ ਇਹ 5 ਤਨਮਾਤਰਾ ਹੰਕਾਰ 'ਚੋਂ ਪੈਦਾ ਹੁੰਦੀਆਂ। ਇਸ ਤੋਂ ਅੱਗੇ ਫਿਰ 2 ਪਾਸੇ ਨੂੰ ਵੜ ਜਾਂਦੇ ਆ। ਇੱਕ ਤਾਂ 5 ਮਹਾਭੂਤ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇੱਕ ਪਾਸੇ 5 ਗਿਆਨ ਇੰਦਰੇ ਪਲੱਸ 5 ਕਰਮ ਇੰਦਰੇ, ਇਹ ਤਾਂ ਆਪ ਜੀ ਜਾਣਦੇ ਹੋ, ਕਰਮ ਇੰਦਰੇ ਔਰ ਗਿਆਨ ਇੰਦਰੇ। ਤੇ ਇੱਕ ਮਨ ਨੂੰ ਵੀ ਗਿਆਨ ਇੰਦਰਾ ਕਿਹਾ ਜਾਂਦਾ ਹੈ, ਕਿਉਂਕਿ ਮਨ ਉਸ ਤਰ੍ਹਾਂ ਹੀ ਸਾਰਾ ਕੁਝ ਮਹਿਸੂਸ ਕਰਦਾ ਹੈ ਜਿਸ ਤਰ੍ਹਾਂ ਬਾਕੀ ਦੇ ਗਿਆਨ ਇੰਦਰੇ ਕਰਦੇ ਹਨ। ਤੋ ਇਹ ਟੋਟਲ 25 ਹੈ। ਫਿਰ ਤੀ ਦੁਬਾਰਾ ਗਿਣਤੀ ਕਰ ਲਓ। ਪ੍ਰਕਿਰਤੀ ਪਲੱਸ ਪੁਰਸ਼ 2, ਮਹੱਤ 3, ਅਹੰਕਾਰ 4, ਤਨਮਾਤਰਾ 5 ਹੈ। 5 ਔਰ 4 9, 5 ਮਹਾਭੂਤ ਹੈ। 9 ਔਰ 5 14, 14 5 ਹੈਗੇ ਗਿਆਨ ਇੰਦਰੇ, ਤੇ 14 ਔਰ 5 19, 5 ਕਰਮ ਇੰਦਰੇ, 19 ਔਰ 5 24, ਇੱਕ ਮਨ ਵੀ ਗਿਆਨ ਇੰਦਰਾ। ਤੋ ਇਹ 25 ਹੈ ਜਿਹੜੇ ਪ੍ਰਕਿਰਤੀਆਂ ਜਾਂ ਸੁਭਾਅ ਇਹ ਬੰਦੇ ਦੇ। ਇਹਨਾਂ ਦੇ ਨਾਲ ਜੇਕਰ ਗੁਰਬਾਣੀ 'ਚ 125 ਸ਼ਬਦ ਵੀ ਆਉਂਦਾ ਕਬੀਰ ਜੀ ਦਾ, ਉਹ 25 ਦੀ ਇਹੀ ਮਹੱਤਤਾ ਹੈ। ਸਮਝਣ ਖਾਤਰ ਇਹ ਸਾਂਖ ਮੱਤ ਵਿੱਚ ਜਾਣਾ ਹੀ ਪਊਗਾ ਆਪਾਂ ਨੂੰ। ਹੋਰ ਵੀ ਮਤਾਂ ਦੇ ਬਹੁਤ, ਜਿਵੇਂ ਭਾਵ ਅਭਾਵ ਵੀ ਹੋਣਾ, ਇਹ ਵੀ ਦਰਸ਼ਨ 'ਚੋਂ ਗੱਲ ਆਊਗੀ, ਕਿਸੇ ਦਿਨ ਵਿਚਾਰ ਕਰਾਂਗੇ। ਬਹੁਤ ਕੁਝ ਉੱਧਰੋਂ ਆਇਆ ਹੋਇਆ ਸ਼ਬਦ ਹੈ, ਉਹਨਾਂ ਦੀ ਗਹਿਰਾਈ ਤੋਂ ਬਿਨਾਂ ਆਪਾਂ ਗੁਰਬਾਣੀ ਨੂੰ ਇਸ ਤਰ੍ਹਾਂ ਨਹੀਂ ਸਮਝ ਸਕੂਗੇ ਵੀ ਇਹਦਾ ਇੱਥੇ ਕਿਆ ਮਤਲਬ ਹੈ।
ਹੁਣ ਦੇਖੋ ਸਾਂਖ ਕਹਿੰਦਾ ਵੀ ਪ੍ਰਕਿਰਤੀ ਅਨਾਦੀ ਹੈ, ਉਹ ਵੀ ਪਹਿਲਾਂ ਪ੍ਰਕਿਰਤੀ ਜਿਹੜੀ ਹੋਈ ਸੀ ਇਹ ਉਹਦੇ ਵਿੱਚੋਂ ਨਿਕਲੀ ਹੈ, ਜਿਹੜੀ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕੁਦਰਤ ਜਾਂ ਪ੍ਰਕਿਰਤੀ। ਤੋ ਪ੍ਰਕਿਰਤੀ ਦੇ ਵਿੱਚ ਕੋਈ ਵਿਕਰਤੀ ਨਹੀਂ ਹੈ, ਉਹ ਅਨਾਦੀ ਹੈ, ਆਪਣੇ ਆਪ ਤੋਂ ਚੱਲ ਰਹੀ ਹੈ। ਈਸ਼ਵਰ ਨੂੰ ਨਹੀਂ ਉਹ ਮੰਨਦਾ ਹੈ, ਈਸ਼ਵਰ ਤੋਂ ਬਿਲਕੁਲ ਕਿਨਾਰਾ ਕਰਿਆ ਹੋਇਆ ਉਹਨੇ। ਹਾਲਾਂਕਿ ਉਹ ਆਸਤਕ ਜ਼ਰੂਰ ਕਹਿੰਦੇ ਉਹਨੂੰ। ਆਸਤਕ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਸਾਡੀ ਹਿੰਦੂ ਸਭਿਅਤਾ ਹੈ ਉਹਦੇ ਵਿੱਚ ਜਿਹੜਾ ਵੇਦਾਂ ਦੀ ਪ੍ਰਧਾਨਤਾ ਨੂੰ ਮੰਨਦਾ ਸੀਗਾ ਕੋਈ ਵੀ ਮੱਤ, ਉਹਨੂੰ ਆਸਤਕ ਕਿਹਾ ਜਾਂਦਾ। ਤੇ ਜਿਹੜਾ ਵੇਦਾਂ ਨੂੰ ਚੈਲੰਜ ਕਰਦਾ ਉਹਨੂੰ ਨਾਸਤਕ ਕਿਹਾ ਜਾਂਦਾ। ਕਿਵੇਂ? ਇੱਕ ਚਾਰਵਾਕ, ਇੱਕ ਮਹਾਤਮਾ ਬੁੱਧਿਜ਼ਮ ਤੇ ਇੱਕ ਜੈਨਿਜ਼ਮ, ਇਹ ਤਿੰਨੇ ਹੀ ਨਾਸਤਕ ਧਰਮ ਗਿਣੇ ਜਾਂਦੇ, ਕਿਉਂਕਿ ਇਹ ਵੇਦਾਂ ਨੂੰ ਚੈਲੰਜ ਕਰਦੇ, ਉਹਨਾਂ ਦੀ ਸਰਵਉੱਚਤਾ ਨੂੰ ਮੰਨਦੇ ਨਹੀਂ। ਇਹ ਆਸਤਕ ਹੈਗਾ ਜਿਹੜਾ ਇਹ ਸਾਂਖ ਵਾਲਾ, ਲੇਕਿਨ ਈਸ਼ਵਰ ਨੂੰ ਇਹ ਮੰਨਦਾ ਕੋਈ ਨਹੀਂ ਹੈ, ਆਤਮਾ ਤੱਕ ਨੂੰ ਮੰਨਦਾ ਹੈ। ਜਦ ਕਿ ਗੁਰਬਾਣੀ ਕਹਿੰਦੀ ਹੈ ਵੀ ਸਾਰਾ ਕੁਝ ਪਰਮਾਤਮਾ ਤੋਂ ਪੈਦਾ ਹੋਇਆ। ਹੁਣ ਇੱਥੇ ਜਦ ਆਪਾਂ ਸਟੱਡੀ ਕੰਪੈਰੇਟਿਵ ਕਰਾਂਗੇ ਬਹੁਤ ਆਨੰਦ ਆਉਂਦਾ, ਬਹੁਤ ਮਨ ਲੱਗਦਾ ਫਿਰ ਵਿੱਚ। ਜੇ ਸਮਝਾਉਣ ਵਾਲਾ ਕੋਈ ਹੋਵੇ ਨਾ, ਬਹੁਤ ਆਨੰਦ ਪੈਦਾ ਹੁੰਦਾ ਵੀ ਗੁਰੂ ਸਾਹਿਬ ਨੇ ਕਿਵੇਂ ਸਾਰੇ ਫਲਸਫਿਆਂ ਨੂੰ ਕੱਢ ਕੇ ਨਿਚੋੜ ਆਪਣੇ ਤੌਰ ਪਰ ਪੇਸ਼ ਕਰਿਆ ਉਹਨਾਂ ਨੇ। ਫਿਰ ਪ੍ਰਕਿਰਤੀ ਦੇ ਸਾਧ ਸੰਗਤ ਜੀ ਦੋ ਰੂਪ ਹੈ, ਇੱਕ ਸਥੂਲ ਹੈ, ਇੱਕ ਸੂਖਮ ਹੈ। ਸਥੂਲ ਕਿਹੜੇ ਕਿਹੜੇ ਹੈ? ਪੇੜ ਪੌਦੇ, ਚੰਦ, ਝੀਲ, ਪੰਛੀ, ਤਾਰੇ, ਸਾਰਾ ਕੁਝ ਇਹ ਸਥੂਲ ਹੈ। ਇਹ ਇੰਦਰੀਆਂ ਦੇ ਰਾਹੀਂ ਮਹਿਸੂਸ ਹੋ ਜਾਂਦੇ, ਜਿਹੜੀਆਂ ਆਪਣੀਆਂ ਪੰਜੇ ਗਿਆਨ ਇੰਦਰੀਆਂ ਹੈ ਨਾ, ਅੱਖ, ਨੱਕ, ਕੰਨ ਵਗੈਰਾ, ਇਹਨਾਂ ਦੇ ਰਾਹੀਂ ਇਹ ਮਹਿਸੂਸ ਹੁੰਦੇ। ਤੇ ਦੂਜਾ ਰੂਪ ਹੈਗਾ ਸੂਖਮ ਪ੍ਰਕਿਰਤੀ ਦਾ, ਮਨ, ਬੁੱਧੀ, ਅਹੰਕਾਰ, ਇਹ ਸੂਖਮ ਹੈ। ਇਹ ਆਪਾਂ ਇੰਦਰੀਆਂ ਦੇ ਨਾਲ ਨਹੀਂ ਇਹਨਾਂ ਨੂੰ ਮਹਿਸੂਸ ਕਰ ਸਕਦੇ। ਇੰਦਰੀਆਂ ਰਾਹੀਂ ਕੇਵਲ ਸਥੂਲ ਨੂੰ ਮਹਿਸੂਸ ਕਰਿਆ ਜਾ ਸਕਦਾ। ਹੁਣ ਇਹ ਜਿਹੜੀ ਪ੍ਰਕਿਰਤੀ ਹੈ, ਸਾਂਖ ਮੱਤ ਵਾਲਾ ਕਹਿੰਦਾ ਵੀ ਇਹ ਜੜ ਹੈ, ਤੇ ਜਿਹੜੀ ਹੈਗੀ ਹੈ ਆਤਮਾ ਜਾਂ ਪੁਰਸ਼ ਜਿਹਨੂੰ ਉਹ ਕਹਿੰਦਾ ਹੈ, ਉਹ ਚੇਤਨ ਸੱਤਾ ਹੈ। ਇੱਕ ਜੜ ਹੈ ਪ੍ਰਕਿਰਤੀ ਤੇ ਆਤਮਾ ਚੇਤਨ ਹੈ। ਤੇ ਉਹ ਇਹ ਵੀ ਕਹਿੰਦਾ ਵੀ ਜਿਹੜਾ ਪੁਰਸ਼ ਹੈ ਜਾਂ ਆਤਮਾ ਜਿਹਨੂੰ ਉਹ ਕਹਿੰਦਾ ਹੈ, ਦੋਹੇ ਇੱਕੋ ਚੀਜ਼ ਹੈ, ਵੀ ਉਹ ਚਾਰ ਤੱਤਾਂ ਤੋਂ ਪੈਦਾ ਹੁੰਦਾ। ਗੁਰਬਾਣੀ 'ਚ ਵੀ ਇਹ ਗੱਲ ਆਉਂਦੀ ਹੈ, ਇਹ ਮਨ ਪੰਜ ਤੱਤ ਤੇ ਜਨਮਾ। ਇਹ ਜਿਹੜੇ ਚਾਰ ਤੱਤਾਂ ਨੂੰ ਉਹ ਮੰਨਦਾ ਹੈ, ਇਹਦੇ ਵਿੱਚ ਉਹ ਪੰਜਵਾਂ ਨਹੀਂ ਮੰਨਦਾ, ਚਾਰ ਨੂੰ ਮੰਨਦਾ। ਆਕਾਸ਼ ਨੂੰ ਮੰਨਦੇ ਨਹੀਂ ਹੈ, ਪੱਛਮ ਵਾਲੇ ਵੀ ਨਹੀਂ ਮੰਨਦੇ ਹੈ, ਲੇਕਿਨ ਗੁਰਬਾਣੀ ਪੰਜ ਤੱਤਾਂ ਦੀ ਗੱਲ ਕਰਦੀ ਹੈ। ਆਕਾਸ਼ ਨੂੰ ਨਾਂ ਰੱਖਦੀ ਹੈ, ਅੱਗ, ਹਵਾ, ਪਾਣੀ, ਮਿੱਟੀ, ਆਕਾਸ਼, ਕਿਉਂਕਿ ਚਾਰ ਤੱਤ ਹੈ ਜਿਹੜੇ ਉਹਨਾਂ ਦਾ ਆਪਣਾ ਆਪਣਾ ਸੁਭਾਅ ਹੈ। ਉਹ ਰਹਿੰਦੇ ਕਿੱਥੇ ਆ? ਉਹ ਆਕਾਸ਼ ਦੇ ਵਿੱਚ ਰਹਿੰਦੇ। ਆਕਾਸ਼ ਮੀਨਜ਼ ਦਿੱਕ, ਸਪੇਸ, ਕਿਉਂਕਿ ਉਹਨਾਂ ਨੂੰ ਰਹਿਣ ਖਾਤਰ ਕੋਈ ਜਗ੍ਹਾ ਤਾਂ ਚਾਹੀਦੀ ਹੈ ਨਾ, ਉਹ ਫਿਰ ਆਕਾਸ਼ ਹੈ। ਪੰਜਵਾਂ ਤੱਤ ਉਹ ਹੈ। ਉਹ ਪੱਛਮ ਵਾਲੇ ਜਿਹੜੇ ਚਾਰੇ ਧਰਮ ਹੈ ਉਹ ਨਹੀਂ ਮੰਨਦੇ। ਇਸਲਾਮਿਕ ਧਰਮ ਹੋ ਗਿਆ, ਜੈਨਿਜ਼ਮ ਆਪਣਾ ਉਹ ਹੋ ਗਿਆ, ਜਿਊਇਜ਼ਮ, ਉਹ ਵੀ ਨਹੀਂ ਮੰਨਦਾ ਹੈ, ਕ੍ਰਿਸਚੈਨਿਟੀ ਵੀ ਨਹੀਂ ਮੰਨਦੀ ਹੈ, ਲੇਕਿਨ ਪੂਰਬ ਦੇ ਸਾਰੇ ਹੀ ਧਰਮ ਮੰਨਦੇ ਵੀ ਪੰਜ ਤੱਤ ਹੈ। ਤੋ ਇਹ ਵੀ ਇੱਕ ਜੁਦਾ ਉਹਨੇ ਖਿਆਲ ਦਿੱਤਾ ਹੈ ਸਾਂਖ ਦੇ ਕਪਲ ਮੁਨੀ ਨੇ, ਸਾਂਖ ਮੱਤ ਦੇ ਨੇ, ਵੀ ਪੁਰਸ਼ ਔਰ ਪ੍ਰਕਿਰਤੀ ਆਪਸ ਵਿੱਚ ਏਕਣ ਸੰਪਰਕ ਨਹੀਂ ਕਰਦੇ ਜਿਵੇਂ ਹਸਬੈਂਡ ਵਾਈਫ ਦਾ ਸੰਪਰਕ ਹੁੰਦਾ। ਕੇਵਲ ਆਤਮਾ ਜਾਂ ਪੁਰਸ਼ ਦੇ ਕੋਲ ਆਉਣ ਦੇ ਨਾਲ ਹੀ ਜਿਹੜੀ ਪਹਿਲੀ ਪ੍ਰਕਿਰਤੀ ਹੈ ਉਹ ਇੱਕਦਮ ਐਕਟਿਵ ਹੋ ਜਾਂਦੀ ਹੈ ਔਰ ਉਹ ਨਵੀਂ ਕ੍ਰੀਏਸ਼ਨ ਕਰ ਦਿੰਦੀ ਹੈ। ਜਿਵੇਂ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ, ਇਹ ਪ੍ਰਕਿਰਤੀ ਦੀ ਅੱਗੇ ਪ੍ਰਕਿਰਤੀ ਹੈ, ਕ੍ਰੀਏਸ਼ਨ। ਬੜੀਆਂ ਅਜੀਬ ਜਿਹੀਆਂ ਬਾਤਾਂ ਹੈ ਸਾਡੇ ਦਰਸ਼ਨ 'ਚ, ਹਿੰਦੁਸਤਾਨ ਦੇ 'ਚ ਬਹੁਤ ਗਹਿਰਾ ਚਿੰਤਨ ਕਰਿਆ ਹੋਇਆ, ਗਹਿਣ ਚਿੰਤਨ ਹੈ। ਤੋ ਇਹ ਚੀਜ਼ਾਂ, ਇਹ ਤਾਂ ਹੋਈ ਗੱਲ। ਔਰ ਅਗਲੀ ਗੱਲ ਇਹ ਵੀ ਜਿਹੜਾ ਸਾਂਖ ਹੈ ਉਹ ਦਵੈਤਵਾਦੀ ਹੈ, ਗੁਰਬਾਣੀ ਅਦਵੈਤਵਾਦੀ ਹੈ। ਗੁਰਬਾਣੀ ਕੇਵਲ ਇੱਕ ਵਨਨੈਸ ਦੀ ਗੱਲ ਕਰਦੀ ਹੈ, ਪਰਮਾਤਮਾ ਦੀ। ਸਾਂਖ ਮੱਤ ਵਾਲੇ ਨੇ ਪਰਮਾਤਮਾ ਦਾ ਨਾਂ ਹੀ ਨਹੀਂ ਲਿਆ, ਉਹਨੇ ਸਗੋਂ ਜਿਹੜੀ ਪ੍ਰਕਿਰਤੀ ਹੈ ਉਹ ਮੂਹਰੇ ਰੱਖੀ ਹੈ, ਦੂਜਾ ਆਤਮਾ ਕਹਿਤੀ। ਇਹ ਦੋਹੇ ਦਵੈਤ ਹੈ, ਡੁਐਲਿਟੀ ਹੈ। ਇਹਨੂੰ ਹੁਣ ਦੇਖੋ ਕੰਪੇਅਰ ਕਰਕੇ ਵੀ ਸਾਰੀ ਬਾਣੀ ਦੇ ਵਿੱਚ ਵਨਨੈਸ ਹੈ ਤੇ ਸਾਂਖ ਵਾਲਾ ਕਿਆ ਕਹਿੰਦਾ। ਇੱਕਣਾ ਬਾਕੀ ਦੇ ਸ਼ਾਸਤਰਾਂ ਜਿਹੜੇ ਮੀਮਾਂਸਾ ਵਗੈਰਾ, ਨਿਆਏ, ਉਹਨਾਂ ਦੀ ਵੀ ਵਿਚਾਰ ਆਊਗੀ ਕਿਸੇ ਦਿਨ। ਉਹ ਬਿਲਕੁਲ ਉਹਨਾਂ ਦਾ ਆਪਣਾ ਆਪਣਾ ਨਜ਼ਰੀਆ ਹੈ। ਅਜੇ ਜਿਹੜਾ ਵੇਦਾਂਤ ਹੈ ਉਹ ਤਾਂ ਮਿਲਦਾ ਹੈ ਉਪਨਿਸ਼ਦਾਂ ਕਰਕੇ ਗੁਰਬਾਣੀ ਨਾਲ, ਬਾਕੀ ਦਾ ਕਿਸੇ ਦਾ ਕੋਈ ਮੇਲ ਨਹੀਂ ਹੈ। ਔਰ ਸਾਧ ਸੰਗਤ ਜੀ, ਉਹ ਜਿਹੜੀ ਪ੍ਰਕਿਰਤੀ ਹੈ
ਇਹਦੇ ਵਿੱਚ ਤਿੰਨੇ ਗੁਣ ਮੌਜੂਦ ਹੈ ਸੁਭਾਅ, ਰਜੋ ਤਮੋ ਔਰ ਸਤੋ। ਕਿਤੇ ਰਜੋ ਭਾਰੀ ਹੈ, ਕਿਤੇ ਤਮੋ, ਕਿਤੇ ਸਤੋ। ਆਤਮਾ ਜਾਂ ਪੁਰਸ਼ ਜਿਹਨੂੰ ਉਹ ਕਹਿੰਦਾ ਹੈ, ਉਹਦੇ ਵਿੱਚ ਇਹ ਤਿੰਨੇ ਗੁਣ ਨਹੀਂ ਹੈ, ਰਜੋ ਤਮੋ ਔਰ ਸਤੋ। ਔਰ ਸਤੋ ਗੁਣ ਉੱਥੇ ਭਾਰੀ ਹੁੰਦਾ ਜਿੱਥੇ ਕਿਸੇ ਬੰਦੇ ਨੂੰ ਕੋਈ ਵਸਤੂ ਦੇਖ ਕੇ ਸੁੱਖ ਦੀ ਫੀਲਿੰਗ ਮਹਿਸੂਸ ਹੋਵੇ, ਹੌਲਾ ਹੌਲਾ ਲੱਗੇ ਆਪਣਾ ਆਪਾ ਉਹਨੂੰ, ਔਰ ਚਿੱਟਾ ਰੰਗ ਤੋਂ ਪ੍ਰਭਾਵਿਤ ਹੁੰਦਾ, ਇਹ ਸਤੋ ਗੁਣ ਹੁੰਦਾ। ਤੇ ਇਹ ਜਿਹੜਾ ਧੂੰਆਂ ਉੱਪਰ ਨੂੰ ਕਾਹਤੇ ਜਾਂਦਾ ਜਦ ਕਿ ਬਾਕੀ ਚੀਜ਼ਾਂ ਹੇਠਾਂ ਬੈਠਦੀਆਂ, ਧੂੰਆਂ ਹੌਲਾ ਹੋਣੇ ਕਰਕੇ ਸਤੋ ਗੁਣ ਹੈ, ਤਾਂ ਉੱਪਰ ਨੂੰ ਜਾਂਦਾ। ਔਰ ਤਮੋ ਗੁਣ ਵਿੱਚ ਰਜੋ ਗੁਣ ਵਿੱਚ ਦੁੱਖ ਹੁੰਦਾ, ਕਿਸੇ ਨੂੰ ਦੇਖ ਕੇ ਕਿਸੇ ਵਸਤੂ ਨੂੰ ਜਿਹੜੀ ਫੀਲਿੰਗ ਜਿਹਦੇ ਅੰਦਰ ਦੁੱਖ ਦੀ ਆਉਂਦੀ ਹੈ ਉਹ ਰਜੋ ਗੁਣ ਹੀ ਹੁੰਦਾ। ਖਾਹਿਸ਼ਾਂ ਦਾ ਬਹੁਤ ਜ਼ੋਰ ਹੁੰਦਾ, ਪਦਵੀਆਂ ਖਾਤਰ ਪੈਸੇ ਖਾਤਰ ਬਹੁਤ ਨੱਠ ਭੱਜ ਕਰਦਾ ਰਜੋ ਗੁਣ। ਤੇ ਜਿਹੜਾ ਤਮੋ ਗੁਣ ਹੈ ਉਹ ਉਦਾਸੀਨ ਹੁੰਦਾ, ਨਾ ਉਹਨੂੰ ਦੁੱਖ ਹੁੰਦਾ ਨਾ ਸੁੱਖ ਹੁੰਦਾ, ਔਰ ਨਿਸ਼ਕਰੀਏ ਰਹਿੰਦਾ, ਹਰ ਵਕਤ ਉਦਾਸੀਨ ਹੋ ਕੇ ਰਹਿੰਦਾ ਹੈ, ਔਰ ਆਲਸੀ ਸੁਭਾਅ ਦਾ ਮਾਲਕ ਹੁੰਦਾ ਜਿਹੜਾ ਤਮੋ ਗੁਣੀ ਹੁੰਦਾ। ਤੋ ਇਹ ਅੱਜ ਦੀ ਚੀਜ਼ ਥੋੜ੍ਹੀ ਜਿਹੀ ਵਿਚਾਰ। ਇਹਦੇ ਨਾਲ ਇੱਕ ਗੱਲ ਹੋਰ ਵੀ ਖਿਆਲ ਆਈ ਵੀ ਪ੍ਰਕਿਰਤੀ ਦੇ ਤਿੰਨੇ ਗੁਣਾਂ 'ਚ ਬੈਲੈਂਸ ਜਾਂ ਇਕੁਇਲਿਬਰੀਅਮ ਬਣਿਆ ਹੋਇਆ ਹੁੰਦਾ, ਰਜੋ ਤਮੋ ਔਰ ਸਤੋ 'ਚ। ਜਦ ਮਹਾਂਪੁਰਸ਼ ਜਾਂ ਆਤਮਾ ਕੋਲ ਆ ਜਾਵੇ ਤਾਂ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਇੰਬੈਲੈਂਸ ਪੈਦਾ ਹੋ ਜਾਂਦਾ, ਕੋਈ ਵੱਧ ਜਾਂਦਾ ਕੋਈ ਘਟ ਜਾਂਦਾ। ਇੱਥੋਂ ਫਿਰ ਕ੍ਰੀਏਸ਼ਨ ਹੁੰਦੀ ਹੈ, ਜਦ ਕਿ ਗੁਰਬਾਣੀ ਫਰਮਾਉਂਦੀ ਹੈ ਵੀ ਸਾਰੀ ਕ੍ਰੀਏਸ਼ਨ ਪਰਮਾਤਮਾ ਦੇ ਹੁਕਮ ਵਿੱਚ ਹੋ ਰਹੀ ਹੈ, ਔਰ ਪ੍ਰਕਿਰਤੀ ਕੋਈ ਅਨਾਦਿ ਨਹੀਂ ਹੈ, ਪਰਮੇਸ਼ਰ ਤੋਂ ਹੀ ਪ੍ਰਕਿਰਤੀ ਪੈਦਾ ਹੋਈ ਹੈ, ਵਿੱਚੇ ਉਹਦੇ ਸਮਾ ਜਾਣਾ ਅਖੀਰ ਨੂੰ। ਅਨਾਦਿ ਨਹੀਂ ਹੈ ਪ੍ਰਕਿਰਤੀ ਗੁਰਬਾਣੀ ਮੁਤਾਬਕ, ਉਹ ਅਨਾਦਿ ਕਹਿ ਰਿਹਾ ਇਹਨੂੰ। ਉਹ ਤਾਂ ਇਹ ਵੀ ਕਹਿੰਦਾ ਵੀ ਪ੍ਰਕਿਰਤੀ ਅਜਾ ਹੈ, ਅਜਨਮਾ ਹੈ। ਗੁਰਬਾਣੀ ਤਾਂ ਪਰਮਾਤਮਾ ਨੂੰ ਕਹਿੰਦੀ ਹੈ ਨਾ ਵੀ ਅਜੂਨੀ ਹੈ, ਅਜਨਮਾ ਹੈ, ਅਜਾ ਹੈ, ਲੇਕਿਨ ਉਹ ਕਹਿੰਦਾ ਵੀ ਪ੍ਰਕਿਰਤੀ, ਉਹ ਮੂਹਰੇ ਰੱਖਦਾ ਪ੍ਰਕਿਰਤੀ ਨੂੰ, ਇਸ ਕਰਕੇ ਉਹਦਾ ਗੁਰਬਾਣੀ ਦੇ ਨਾਲ ਕੋਈ ਮੇਲ ਨਹੀਂ ਹੈ। ਭਾਵੇਂ ਇੱਕ ਦਰਸ਼ਨ ਹੈਗਾ, ਚਲੋ ਛਿਆਂ 'ਚੋਂ ਇੱਕ ਹੈ। ਔਰ ਜਿਹੜਾ ਉਹ ਆਤਮਾ ਜਾਂ ਪੁਰਸ਼ ਕਹਿੰਦਾ ਹੈ ਉਹ ਭੋਗਤਾ ਹੈ, ਪ੍ਰਕਿਰਤੀ ਭੋਗਿਆ, ਪ੍ਰਕਿਰਤੀ ਨੂੰ ਭੋਗਦਾ ਹੈ ਜਿਹੜਾ ਆਤਮਾ। ਇਹ ਇਹਨਾਂ ਦੇ ਵਿੱਚ ਫਰਕ ਵੀ ਹੈ। ਇੱਕ ਚੀਜ਼ ਹੋਰ ਖਿਆਲ ਹੈ ਬਈ ਇੱਕ ਹੁੰਦਾ ਹੈ ਸਤਿਕਾਰਵਾਦੀ, ਇੱਕ ਅਸਤਿਕਾਰਵਾਦੀ। ਅਸਤਿਕਾਰਵਾਦੀ ਹੈਗਾ ਵਿਸ਼ੇਸ਼ਕ, ਅੱਗੇ ਆਊਗੇ ਦਰਸ਼ਨ ਉਹਦਾ। ਤੇ ਸਤਿਕਾਰਵਾਦੀ ਇਹ ਉਹ ਹੈ ਜਿਹੜਾ ਸਾਂਖ ਹੈ। ਸਤਿਕਾਰ ਦਾ ਮਤਲਬ ਇਹ ਲੈਂਦੇ ਆ ਉਹ ਬਈ ਜਿਹੜਾ ਵੇਦਾਂ ਦੀ ਉੱਚਤਾ ਨੂੰ ਸਵੀਕਾਰ ਕਰਦਾ ਹੈ, ਉਹ ਸਤਿਕਾਰਵਾਦੀ ਕਹਿੰਦੇ ਹੋ। ਜਿਹੜਾ ਨਹੀਂ ਕਰਦਾ ਉਹ ਅਸਤਿਆਕਾਰਵਾਦੀ ਹੈ, ਜਿਹਦੇ 'ਚ ਨਿਆਏ ਦਰਸ਼ਨ ਸ਼ਾਮਿਲ ਹੈ। ਤੋ ਇੱਕ ਹੋਰ ਵੀ ਹੈ ਇਹਦੇ 'ਚ ਬਈ ਅਸਤਕਾਰ ਹੈ ਜਿਹੜਾ, ਉਹਦੇ ਵਿੱਚ ਕਾਰਨ ਜ਼ਰੂਰੀ ਨਹੀਂ ਵੀ ਵਿੱਚ ਛੁਪਿਆ ਵਾ ਹੋਵੇ, ਜਦ ਕਿ ਸਤਿਕਾਰਵਾਦੀ ਦੇ ਵਿੱਚ ਕਾਰਨ ਪਹਿਲਾਂ ਹੀ ਮੌਜੂਦ ਹੁੰਦਾ ਇਫੈਕਟ ਤੋਂ। ਜਿਵੇਂ ਮਿੱਟੀ ਹੈ, ਘੜਾ ਬਣਦਾ ਹੈ, ਉਹ ਮਿੱਟੀ ਦੇ ਵਿੱਚ ਇਹ ਸਪੋਜ਼ਡ ਹੈ ਵੀ ਘੜਾ ਉਹਦੇ ਵਿੱਚ ਹੈ, ਇਫੈਕਟ ਹੈ ਜਿਹੜਾ ਉਹ ਕਾਰਨ ਦੇ ਵਿੱਚ ਹੁੰਦਾ। ਸੌਰੀ, ਮਿੱਟੀ ਜਿਹੜੀ ਹੈਗੀ ਆ ਉਹ ਕਾਰਨ ਹੈ, ਘੜਾ ਉਹਦਾ ਇਫੈਕਟ ਹੈ। ਤੋ ਮਿੱਟੀ ਦੇ ਵਿੱਚ ਇਹ ਗੱਲ ਨਿਹਿਤ ਹੈ, ਪਹਿਲਾਂ ਹੀ ਪਤਾ ਹੈ ਵੀ ਉਹਦੇ ਵਿੱਚ ਘੜਾ ਹੈਗਾ, ਬਣ ਸਕਦਾ ਉਹ ਤੋਂ। ਸੋ ਇਹ ਦਾਰਸ਼ਨਿਕ ਗੱਲਾਂ ਥੋੜ੍ਹੀਆਂ ਥੋੜ੍ਹੀਆਂ ਜਿਹੀਆਂ, ਇਹਨਾਂ ਦੀ ਵਿਚਾਰ ਥੋੜ੍ਹੀ ਗੁਰਬਾਣੀ 'ਚ ਇਹਨਾਂ ਦਾ ਕਿਤੇ ਨਾ ਕਿਤੇ ਗਾਹੇ ਵਗਾਹੇ ਜ਼ਿਕਰ ਆਉਂਦਾ ਹੈ। ਉਹ ਇਸ ਕਰਕੇ ਫਿਰ ਇਹਨਾਂ ਦੀ ਲੋੜ ਹੈ। ਗਰੁੱਪ ਵਿੱਚ ਇੱਕ ਦਿਨ ਵਿਚਾਰ ਕਰੀ ਵੀ ਸੀ ਇਹਦੀ, ਕਿਸੇ ਬੰਦੇ ਨੇ ਇੱਧਰ ਸਾਡੇ ਲੋਕਲ ਫੋਨ ਕਰਕੇ ਫਿਰ ਪੁੱਛਿਆ, ਕਹਿੰਦਾ ਜੀ ਸਮਝ ਨਹੀਂ ਆ ਰਹੀ, ਵੀ ਔਖਾ ਲੱਗਦਾ, ਦੁਬਾਰਾ ਤਾਂ ਫੇਰ ਕਰੋ। ਉਹ ਗੱਲ ਇਹ ਹੈ ਵੀ ਦੱਸ ਰਹੇ ਨੇ ਵੀ ਤਾਂ 30-40 ਸਾਲ 'ਚ ਸਮਝ ਆਈ ਜਾ ਕੇ, ਕਿਤੇ ਪਹਿਲਾਂ ਤਾਂ ਆਈ ਨਹੀਂ ਜਾਂਦੀ। ਬਾਰ-ਬਾਰ ਪੜ੍ਹਨੇ ਨਾਲ, ਸੁਣਨ ਨਾਲ, ਸੰਗਤ ਕਰਨ ਨਾਲ ਫਿਰ ਸਮਝ ਆ ਵੀ ਜਾਂਦੀ ਹੈ। ਤੋ ਇੱਕ ਵਾਰ ਨਾਲ ਨਹੀਂ ਗੁਰਬਾਣੀ ਸਮਝ ਆਉਂਦੀ, ਜਾਂ ਗੁਰਬਾਣੀ ਦੀ ਜਿਹੜੀ ਵਿਆਖਿਆ ਉਹ ਇੱਕ ਵਾਰ ਨਾਲ ਬਿਲਕੁਲ ਹੀ ਨਹੀਂ ਆਉਂਦੀ ਹੈ। ਜਿਉਂ-ਜਿਉਂ ਬਾਰ-ਬਾਰ ਸੁਣਾਂਗੇ ਆਪਣੇ ਆਪ ਵਿੱਚੋਂ ਰਸ ਪੈਦਾ ਹੋਈ ਜਾਂਦਾ, ਨਵੀਂ ਚੀਜ਼ ਮਿਲੀ ਜਾਂਦੀ ਹੈ। ਤੋ ਦਿਓ ਆਗਿਆ ਸਾਧ ਸੰਗਤ ਜੀ, ਸਮਾਂ ਕਾਫੀ ਹੋ ਗਿਆ। ਕਿਸੇ ਵੀ ਅਪਸ਼ਬਦ ਦੀ ਖਿਮਾ ਔਰ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।